ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਧਰਨੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸਮ ਦੇ, ਨੂਰ ਅਰਸਹ ਪੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀ ਦਾਤ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਸੋਰਠ ਮਹੱਲਾ ਪੰਜਵਾ, ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ, ਮਾਤਾ ਦੇ ਗਰਭ ਦੇ ਵਿੱਚ ਵੀ ਆਪ ਜੀ ਆਪਣਾ ਸਿਮਰਨ ਦੇ ਕਰਕੇ ਰੱਖਿਆ ਕਰਨ ਵਾਲੇ ਹੋ।
ਆਪਣਾ ਸਿਮਰਨ ਦੇ ਕਰਕੇ ਮਾਤਾ ਦੇ ਗਰਭ ਦੇ ਵਿੱਚ ਜੀਵ ਜਿਸ ਵੇਲੇ ਪੁੱਠਾ ਲਟਕਦਾ ਹੈ, ਉਸ ਵੇਲੇ ਵੀ ਆਪ ਹੀ ਉੱਥੇ ਬਚਾਉਣ ਵਾਲੇ ਆਪ ਜੀ ਨੇ ਰਾਖੀ ਕੀਤੀ। ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰੋ ਤਾਰਨ ਹਾਰੇ। ਇਹ ਤਾਰਨਹਾਰ ਪ੍ਰਭੂ ਜੀ, ਜਿਵੇਂ ਆਪ ਜੀ ਨੇ ਮਾਤਾ ਦੇ ਗਰਭ ਵਿੱਚ ਰੱਖਿਆ ਕੀਤੀ ਹੈ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਇਹ ਸੰਸਾਰ ਅੱਗ ਦਾ ਸਾਗਰ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ, ਤੇ ਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ ਤੇ ਲਹਿਰਾਂ ਹੁੰਦੀਆਂ ਹਨ। ਇਹ ਅੱਗ ਦਾ ਸਾਗਰ ਹੈ, ਪਾਵਕ ਦਾ ਸਾਗਰ ਹੈ, ਤੇ ਇਹਦੇ ਵਿੱਚ ਵੀ ਲਹਿਰਾਂ ਅਣਗਿਣਤ ਹਨ, ਅਨੇਕਾਂ ਉਛਾਲੇ ਹਨ। ਕਾਮ ਦੀ ਅੱਗ ਮੱਚਦੀ ਪਈ ਹੈ, ਕ੍ਰੋਧ ਦੀ ਅੱਗ ਬਲਦੀ ਪਈ ਹੈ, ਲੋਭ ਦੀ ਅੱਗ ਮੱਚਦੀ ਪਈ ਹੈ, ਮੋਹ ਤੇ ਹੰਕਾਰ ਦੀ, ਤ੍ਰਿਸ਼ਨਾ ਦੀ ਅੱਗ ਹੈ। ਕਿੰਨਾ ਵੀ ਬਾਲਣ ਅੱਗ ਵਿੱਚ ਪੈ ਜਾਵੇ ਤੇ ਅੱਗ ਰੱਜਦੀ ਨਹੀਂ ਹੈ। ਬਾਲਣ ਨੂੰ ਖਾ ਖਾ ਕੇ, ਫੂਕ ਫੂਕ ਕੇ, ਸੁਆਹ ਕਰਕੇ ਹੋਰ ਲਾਟਾਂ ਵੱਡੀਆਂ ਨਿਕਲਦੀਆਂ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਹੁੰਦੀ ਹੈ ਪਦਾਰਥਾਂ ਰੂਪੀ ਬਾਲਣ ਦੇ ਨਾਲ। ਪਾਵਕ ਸਾਗਰ, ਇਹ ਸੰਸਾਰ ਅਗਨੀ ਦਾ ਸਾਗਰ ਹੈ। ਅਥਾਹ ਲਹਿਰ ਮਹਿ, ਇਹਦੇ ਵਿੱਚ ਅਥਾਹ ਲਹਿਰਾਂ ਹਨ, ਜਿਨ੍ਹਾਂ ਦਾ ਕੋਈ ਹਾਥ ਨਹੀਂ ਆਉਂਦਾ, ਕੋਈ ਸਿਰਾ ਨਹੀਂ ਆਉਂਦਾ ਲਹਿਰਾਂ ਦਾ। ਇਹਨਾਂ ਲਹਿਰਾਂ ਦੇ ਵਿੱਚੋਂ, ਅੱਗ ਦੀਆਂ ਲਹਿਰਾਂ ਦੇ ਵਿੱਚੋਂ, ਅੱਗ ਦੀਆਂ ਲਪਟਾਂ ਦੇ ਵਿੱਚੋਂ ਤਾਰੋ ਤਾਰਨਹਾਰੇ। ਇਹ ਤਾਰਨਹਾਰ ਪ੍ਰਭੂ ਜੀ, ਆਪ ਕਿਰਪਾ ਕਰਕੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਤਾਰੋ। ਮਾਧਵ ਤੂੰ ਠਾਕੁਰ ਸਿਰ ਮੋਰਾ, ਹੇ ਮਾਇਆ ਦੇ ਪਤੀ, ਤੁਸੀਂ ਮੇਰੇ ਸ਼੍ਰੋਮਣੀ ਮਾਲਕ ਹੋ। ਈਹਾ ਊਹਾ ਤੁਹਾਰੋ ਧੋਰਾ, ਇੱਥੇ ਉੱਥੇ ਮੈਨੂੰ ਆਪ ਜੀ ਦਾ ਹੀ ਆਸਰਾ ਹੈ। ਲੋਕ ਤੇ ਪ੍ਰਲੋਕ ਦੇ ਵਿੱਚ ਤੁਸੀਂ ਹੀ ਮੇਰੇ ਰਾਖੇ ਹੋ। ਈਹਾ ਊਹਾ ਤੁਹਾਰੋ ਧੋਰਾ ਰਹਾਓ। ਫਿਰ ਮਹਾਰਾਜ ਨੇ ਜੀਵ ਦੀ ਹਾਲਤ ਕਥਨ ਕੀਤੀ ਹੈ। ਪਹਿਲਾਂ ਬੇਨਤੀ ਕਰਨ ਦਾ ਢੰਗ ਦੱਸਿਆ ਹੈ, ਫਿਰ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਕੈਸੀ ਹੈ। ਕੀਤੇ ਕਉ ਮੇਰਾ ਸਨਮਾਨ ਹੈ। ਜਿਹੜਾ ਪਰਮੇਸ਼ਰ ਨੇ ਪੈਦਾ ਕੀਤਾ ਹੈ ਨਾ, ਪਦਾਰਥ ਪੈਦਾ ਕੀਤਾ ਹੈ ਨਾ, ਸੰਸਾਰ, ਜੋ ਵਸਤੂ ਪੈਦਾ ਕੀਤੀ ਹੈ, ਕਿਰਤ ਹੈ ਜੋ ਕਰਤੇ ਦੀ, ਉਸ ਪੈਦਾ ਕੀਤੇ ਹੋਏ ਨੂੰ ਤਾਂ ਸੁਮੇਰ ਪਰਬਤ ਦੀ ਤਰ੍ਹਾਂ ਵੱਡਾ ਸਮਝਦਾ ਹੈ। ਕੀਤੇ ਕਉ ਮੇਰਾ ਸਨਮਾਨ ਹੈ। ਕਰਨਹਾਰ ਤ੍ਰਿਣ ਜਾਣੈ, ਤੇ ਜਿਹੜਾ ਪੈਦਾ ਕਰਨਹਾਰਾ ਪਰਮੇਸ਼ਰ ਹੈ, ਉਹਨੂੰ ਤ੍ਰਿਣ ਨਾਮ ਹੈ ਕੱਖ ਦਾ। ਕੱਖਾਂ ਦੀ ਤਰ੍ਹਾਂ ਨਿੱਕਾ ਜਿਹਾ ਜਾਣਦਾ, ਹੌਲਾ ਜਿਹਾ ਜਾਣਦਾ। ਭਾਵ ਕੀ ਹੋਇਆ ਵੀ ਪ੍ਰਮਾਤਮਾ ਨੂੰ ਛੱਡ ਕਰਕੇ ਪਦਾਰਥ ਦੇ ਨਾਲ ਜੀਵ ਦਾ ਪ੍ਰੇਮ ਲੱਗਾ ਹੋਇਆ ਹੈ। ਦਾਤੇ ਨੂੰ ਛੱਡ ਕਰਕੇ ਦਾਤ ਪਿਆਰੀ ਲੱਗੀ ਹੋਈ ਹੈ। ਪਰ ਜਿਸ ਨੇ ਦਾਤ ਦਿੱਤੀ ਹੈ, ਉਹ ਦਾਤਾ ਵਿਸਾਰ ਦਿੱਤਾ ਹੈ। ਜੋ ਪੈਦਾ ਕਰਨ ਵਾਲਾ ਹੈ, ਉਹਨੂੰ ਕੱਖਾਂ ਦੀ ਤਰ੍ਹਾਂ ਹੌਲਾ ਜਾਣਦਾ ਹੈ। ਜੋ ਵਸਤੂ ਪੈਦਾ ਕੀਤੀ ਹੋਈ ਹੈ ਕਰਤੇ ਦੀ, ਉਹਨੂੰ ਪਹਾੜ ਦੀ ਤਰ੍ਹਾਂ ਵੱਡਾ ਜਾਣਦਾ ਹੈ। ਕੀਤੇ ਕਉ ਮੇਰਾ ਸਨਮਾਨ ਹੈ, ਕਰਨਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਣ ਕਉ ਸਗਲੀ। ਪ੍ਰਭੂ ਤੂੰ ਦਾਤਾ ਹੈ, ਦਾਤਾਂ ਦੇਣ ਵਾਲਾ। ਸਾਰੀ ਸ੍ਰਿਸ਼ਟੀ ਮੰਗਦੀ ਹੈ, ਤੇਰੇ ਦਰ ਦੇ ਅੱਗੇ ਮੰਗਣ ਵਾਸਤੇ ਖਲੋਤੀ ਹੋਈ ਹੈ। ਦਾਨ ਦੇਹ ਪ੍ਰਭ ਭਾਨਾ ਹੈ। ਆਪਣੇ ਭਾਣੇ ਦੇ ਵਿੱਚ ਤੁਸੀਂ ਦਾਨ ਦਿੰਦੇ ਹੋ। ਆਪਣੀ ਮਰਜ਼ੀ ਦੇ ਨਾਲ ਜਿੰਨਾ ਕਿਸੇ ਨੂੰ ਕੋਈ ਦਾਨ ਦੇਣਾ, ਓਨਾ ਦਿੰਦੇ ਹੋ। ਸਾਰਾ ਸੰਸਾਰ ਆਪ ਜੀ ਦੇ ਦਰ ਤੋਂ ਮੰਗਦਾ ਹੈ, ਪਰ ਦਿੰਦੇ ਤੁਸੀਂ ਹੋ ਓਨਾ ਜਿੰਨਾ ਤੁਸੀਂ ਦੇਣਾ ਚਾਹੁੰਦੇ ਹੋ। ਤੁਹਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੈ। ਲੜੀਵਾਰ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਅੱਜ ਐਸਾ ਹੀ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰਨਾ ਕਿ ਸੱਚੇ ਮੇਰੇ ਮਾਲਕਾ, ਤੇਰੇ ਘਰ ਵਿੱਚ ਕਿਸੇ ਪਦਾਰਥ ਦਾ ਘਾਟਾ ਨਹੀਂ। ਸਾਰੇ ਪਦਾਰਥ ਹਨ ਤੇਰੇ ਘਰ ਵਿੱਚ।
ਸਾਰਾ ਸੰਸਾਰ ਤੇਰੇ ਦਰ ਦਾ ਮੰਗਤਾ ਹੈ, ਭਿਖਾਰੀ ਹੈ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ। ਜਿਹੜੇ ਤੇਰੇ ਭਾਣੇ ਵਿੱਚ ਚੱਲਦੇ ਉਹਨਾਂ ਨੂੰ ਨਾਮ ਦਾ ਦਾਨ ਦਿੰਦੇ ਹੋ। ਆਪਣੇ ਭਾਣੇ ਅਨੁਸਾਰ, ਆਪਣੀ ਖੁਸ਼ੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਤੁਸੀਂ ਦਾਨ ਦਿੰਦੇ ਹੋ। ਅੱਗੇ ਫਰਮਾਇਆ ਖਿਨ ਮਹਿ ਅਵਰ, ਖਿਨੈ ਮਹਿ ਅਵਰਾ। ਇੱਕ ਖਿਨ ਵਿੱਚ ਹੋਰ ਕੁਝ ਕਰ ਦਿੰਦੇ ਹੋ ਤੇ ਇੱਕ ਖਿਨ ਵਿੱਚ ਹੀ ਹੋਰ ਤੋਂ ਹੋਰ ਕੁਝ ਕਰ ਦਿੰਦੇ ਹੋ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਆਪ ਜੀ ਦੇ ਜੋ ਕੌਤਕ ਹਨ ਉਹ ਹੈਰਾਨ ਕਰਨ ਵਾਲੇ ਅਸਚਰਜ ਹਨ। ਵੀ ਇੱਕ ਖਿਨ ਵਿੱਚ ਹੀ ਰਾਜੇ ਤੋਂ ਰੰਕ ਬਣਾ ਦਿੰਦੇ ਹੋ, ਰੰਕ ਤੋਂ ਰਾਜਾ ਬਣਾ ਦਿੰਦੇ ਹੋ। ਖਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੇ, ਯਹ ਤਾਕੋ ਵਿਵਹਾਰੇ। ਨਰ ਚਾਹਤ ਕਛ ਔਰੈ ਕੀ ਔਰੈ ਭਾਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ। ਰੂੜੋ ਨਾਮ ਆਪ ਅਤਿਅੰਤ ਸੁੰਦਰ ਹੋ, ਗੂੜੋ ਨਾਮ ਆਪ ਗੁੱਝੇ ਭੇਦਾਂ ਵਾਲੇ ਹੋ, ਆਪ ਗੂੜੇ ਹੋ। ਗੁੱਝਾ ਹੈ ਆਪ ਜੀ ਦਾ ਰਾਜ, ਆਪ ਜੀ ਦਾ ਭੇਦ ਰਹੱਸ, ਆਪ ਜੀ ਦਾ ਗਿਆਨ। ਗਹਿਰ ਗੰਭੀਰੋ, ਨਿਰਹਲ ਹੋ, ਡੂੰਘੇ ਹੋ। ਉੱਚਾ ਅਗਮ ਅਪਾਰੇ, ਆਪ ਸਭ ਤੋਂ ਉੱਚੇ ਹੋ। ਅਗਮ ਹੋ, ਮਨ ਦੀ ਪਹੁੰਚ ਨਹੀਂ ਹੈ ਉੱਥੋਂ ਤੀਕ ਪਹੁੰਚ ਸਕੇ ਆਪ ਜੀ ਤੱਕ। ਸਾਰੇ ਗਾਵਾਂ ਝੋਰਿਆਂ ਤੋਂ ਰਹਿਤ ਹੋ ਤੇ ਅਪਾਰੇ ਪਾਰਾਵਾਰ ਤੋਂ ਰਹਿਤ ਹੋ। ਸਾਧ ਸੰਗ ਜੋ ਤੁਮਹਿ ਮਿਲਾਇਓ, ਤਾਂ ਸੁਣੀ ਤੁਮਾਰੀ ਬਾਣੀ। ਜਦੋਂ ਆਪ ਜੀ ਨੇ ਕਿਰਪਾ ਕਰਕੇ ਆਪਣੀ ਸਾਧ ਸੰਗਤ ਵਿੱਚ ਮਿਲਾਇਆ ਸਾਨੂੰ, ਫਿਰ ਆਪ ਜੀ ਕੀ ਧੁਰ ਕੀ ਬਾਣੀ ਅਸੀਂ ਸਰਵਣ ਕੀਤੀ, ਆਪ ਜੀ ਦੀ ਪਵਿੱਤਰ ਬਾਣੀ ਅਸੀਂ ਸਰਵਣ ਕੀਤੀ। ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਵਾਣੀ। ਇਹ ਬੰਧਨਾ ਤੋਂ ਰਹਿਤ ਵਿਆਪਕ ਪੁਰਖ ਆਪ ਜੀ ਦੇ ਪ੍ਰਤਾਪ ਨੂੰ ਵੇਖ ਕਰਕੇ ਆਨੰਦ ਪ੍ਰਾਪਤ ਹੋਇਆ। ਆਪ ਜੀ ਦੇ ਸਰੂਪ ਨੂੰ ਵੇਖ ਕਰਕੇ, ਆਪ ਜੀ ਦੇ ਦੀਦਾਰ ਕਰਕੇ ਆਨੰਦ ਪ੍ਰਾਪਤ ਹੋਇਆ। ਐਸਾ ਪਾਵਨ ਸ੍ਰੀ ਮੁਖਵਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਲੜੀਵਾਰ ਰੂਪ ਦੇ ਵਿੱਚ ਆਨੰਦ ਸਾਹਿਬ ਦੀ ਤੀਜੀ ਪੌੜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। 917 ਅੰਗ ਤੇ ਇਹ ਸਤਿਗੁਰੂ ਜੀ ਦਾ ਪਾਵਨ ਬਚਨ ਸੋਭਲੀਕ ਹੈ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। हे ਮੇਰੇ ਸੱਚੇ ਮਾਲਕਾ, ਕਿਆ ਨਾਹੀ ਘਰ ਤੇਰੇ, ਕੀ ਨਹੀਂ ਹੈ ਤੇਰੇ ਘਰ ਦੇ ਵਿੱਚ। ਤੇਰੇ ਘਰ ਵਿੱਚ ਤਾਂ ਸਾਰਾ ਕੁਝ ਹੀ ਹੈ, ਸਭ ਕੁਝ ਹੈ। ਕਿਹੜੀ ਵਸਤੂ, ਕਿਹੜਾ ਪਦਾਰਥ ਤੇਰੇ ਘਰ ਵਿੱਚ ਨਹੀਂ ਹੈ? ਕਿਹੜੀ ਦਾਤ ਕਹੀਏ ਵੀ ਤੇਰੇ ਘਰ ਵਿੱਚ ਨਹੀਂ ਹੈ? ਸਾਰਾ ਕੁਝ ਹੀ ਤੇਰੇ ਘਰ ਦੇ ਵਿੱਚ ਹੈ। ਸਾਚੇ ਦਾ ਅਰਥ ਹੈ ਸਾਧ ਸੰਗਤ ਜੀ ਜਿਹੜਾ ਸਦੀਵੀ ਹੈ, ਸਦਾ ਰਹਿਣ ਵਾਲਾ। ਸਾਹਿਬਾ ਦਾ ਅਰਥ ਹੈ ਮਾਲਕ। ਗੁਰਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਖਸਮ ਵੀ ਪਦ ਵਰਤਿਆ। ਖਸਮ ਭਾਵੇਂ ਗੁਰੂ ਕੀ ਬਾਣੀ ਦੀ ਲਿਪੀ ਗੁਰਮੁਖੀ ਹੈ, ਪਰ ਸ਼ਬਦ ਅਨੇਕਾਂ ਭਾਸ਼ਾਵਾਂ ਦੇ ਹਨ। ਖਸਮ ਦਾ ਅਰਥ ਵੀ ਮਾਲਕ ਹੈ, ਸਾਹਿਬ ਦਾ ਅਰਥ ਵੀ ਮਾਲਕ ਹੈ। ਕਈਆਂ ਇਲਾਕਿਆਂ ਦੇ ਵਿੱਚ ਪਤੀ ਨੂੰ ਖਸਮ ਆਖਿਆ ਜਾਂਦਾ ਹੈ। ਆਪਣੇ ਇਲਾਕੇ ਦੇ ਵਿੱਚ ਕਿਸੇ ਨੇ ਗਾਲ ਕੱਢਣੀ ਹੋਵੇ ਤਾਂ ਉਹ ਖਸਮ ਅੱਖਰ ਕਈ ਵਾਰੀ ਵਰਤਦਾ ਹੈ, ਪਰ ਉਹ ਗਿਆਨ ਤੋਂ ਰਹਿਤ
ਉਹ ਅੱਖਰ ਨੂੰ ਇਸ ਤਰੀਕੇ ਨਾਲ ਵਰਤਿਆ ਜਾਂਦਾ ਉਹ ਜੇ ਗੁਰਬਾਣੀ ਦੇ ਵਿੱਚ ਖਸਮ ਪਦ ਅਨੇਕਾਂ ਵਾਰੀ ਆਇਆ, ਜਿਵੇਂ ਸਾਹਿਬ ਵੀ ਅਨੇਕਾਂ ਵਾਰੀ ਆਇਆ। ਸਾਹਿਬ ਦਾ ਅਰਥ ਹੈ ਮਾਲਕ। ਉਂਝ ਸੰਸਾਰ ਦੇ ਵਿੱਚ ਵੀ ਵਰਤਿਆ ਜਾਂਦਾ, ਕਿਸੇ ਅਹੁਦੇਦਾਰ ਨੂੰ ਵੀ ਸਾਹਿਬ ਕਹਿ ਕਰਕੇ ਸੰਬੋਧਨ ਕੀਤਾ ਜਾਂਦਾ ਕਿ ਫਲਾਣਾ ਸਾਹਿਬ, ਫਲਾਣਾ ਸਾਹਿਬ, ਫਲਾਣਾ ਸਾਹਿਬ। ਪਰ ਅਸਲ ਵਿੱਚ ਸਾਹਿਬ ਇੱਕੋ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਪਜੀ ਸਾਹਿਬ 'ਚ ਵੀ ਮਹਾਰਾਜ ਨੇ ਆਖਿਆ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਉਹ ਸੱਚਾ ਮਾਲਕ ਹੈ। ਸਾਹਿਬ ਤਾਂ ਅਨੇਕਾਂ ਨੂੰ ਆਖਿਆ ਜਾ ਸਕਦਾ ਹੈ, ਪਰ ਉਹ ਸਾਹਿਬ ਕੋਈ ਮਹੀਨੇ ਕੁ ਵਾਸਤੇ, ਕੋਈ 2 ਮਹੀਨਿਆਂ ਵਾਸਤੇ, ਕੋਈ 2-4 ਸਾਲਾਂ ਵਾਸਤੇ, ਕੁਝ ਸਮੇਂ ਵਾਸਤੇ ਆਪਣੀ ਪਦਵੀ ਤੇ ਉਹ ਕਾਇਮ ਰਹਿਣ ਵਾਲੇ ਹਨ ਸਰੀਰ। ਇੱਕੋ ਇੱਕ ਉਹ ਸਾਹਿਬ ਸੱਚਾ ਸਾਹਿਬ ਹੈ ਜੋ ਸਦਾ ਹੀ ਸਲਾਮਤ ਹੈ, ਜਿਸ ਨੇ ਆਪਣੀ ਪਦਵੀ ਤੋਂ ਕਦੀ ਥੱਲੇ ਨਹੀਂ ਉਤਰਨਾ, ਕਦੀ ਆਪਣੀ ਪਦਵੀ ਤੋਂ ਡਿੱਗਣਾ ਨਹੀਂ ਹੈ, ਜਿਸ ਨੂੰ ਆਪਣੀ ਪਦਵੀ ਦਾ ਖਤਰਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹੈ, ਸੱਚਾ ਸਾਹਿਬ। ਸੱਚਾ ਝੂਠਾ ਨਹੀਂ ਹੈ, ਸੱਚਾ ਆਖਿਆ ਮਹਾਰਾਜ ਨੇ, ਕਿਉਂਕਿ ਉਹ ਸਦਾ ਰਹਿਣ ਵਾਲਾ ਹੈ। ਜਦੋਂ ਉਹਨੇ ਸ੍ਰਿਸ਼ਟੀ ਨਹੀਂ ਵੀ ਪੈਦਾ ਕੀਤੀ ਸੀ, ਉਸ ਵੇਲੇ ਵੀ ਉਹ ਸੀ। ਜੋ ਮਹਾਰਾਜ ਨੇ ਆਦ, ਮੱਧ ਤੇ ਅੰਤ, ਇਹ 3 ਪਦ ਵੀ ਗੁਰਬਾਣੀ ਵਿੱਚ ਵਰਤੇ ਹਨ। ਇਹ ਆਦ ਸ੍ਰਿਸ਼ਟੀ ਦੇ ਆਦ ਨੂੰ ਆਖਿਆ ਹੈ, ਸ੍ਰਿਸ਼ਟੀ ਦੇ ਮੁੱਢ ਨੂੰ ਆਖਿਆ ਹੈ, ਸ੍ਰਿਸ਼ਟੀ ਦੇ ਰਚਨਾ ਦੇ ਆਰੰਭ ਨੂੰ ਆਖਿਆ ਹੈ। ਪਰਮੇਸ਼ਰ ਦਾ ਤੇ ਆਪਣਾ ਆਦ ਹੀ ਕੋਈ ਨਹੀਂ ਹੈ। ਕੋਈ ਕਹਿ ਹੀ ਨਹੀਂ ਸਕਦਾ ਕਿ ਉਹ ਕਦੋਂ ਕਦਾ ਹੈ। ਉਹਦੇ ਹੁਕਮ ਦੇ ਨਾਲ ਇਹ ਰਚਨਾ ਰਚੀ ਗਈ, ਇਹ ਸਿਰਜਣਾ ਸਿਰਜੀ ਗਈ, ਇਹ ਸ੍ਰਿਸ਼ਟੀ ਉਸਨੇ ਰਚੀ ਹੈ ਤੇ ਇਹਦੇ ਆਰੰਭ ਦੇ ਵਿੱਚ ਵੀ ਉਹ ਸੱਚਾ ਹੈ। ਇਸ ਕਰਕੇ ਉਹਨੂੰ ਆਖਿਆ ਉਹ ਆਦ ਵਿੱਚ ਵੀ ਸੱਚਾ ਹੈ। ਫਿਰ ਉਹਨੇ ਯੁੱਗ ਪੈਦਾ ਕਰ ਦਿੱਤੇ, ਸਤਯੁਗ ਬਣਾ ਦਿੱਤਾ, ਤ੍ਰੇਤਾ ਬਣਾ ਦਿੱਤਾ, ਦੁਆਪਰ ਬਣਾ ਦਿੱਤਾ, ਕਲਯੁਗ ਪੈਦਾ ਕਰ ਦਿੱਤਾ। ਯੁੱਗਾਂ ਦੇ ਅੱਗੇ ਸਦੀਆਂ, ਅੱਗੇ ਸਾਲ, ਅੱਗੇ ਮਹੀਨੇ ਬਣੇ, ਸਮੇਂ ਦੀ ਵੰਡ ਕੀਤੀ ਸੰਸਾਰ ਦੇ ਲੋਕਾਂ ਨੇ। ਅੱਗੇ ਚਿੱਤਾਂ ਬਣੀਆਂ 15, ਉਦੋਂ ਅੱਗੇ ਹਫ਼ਤੇ ਦੇ 7 ਵਾਰ ਬਣੇ, ਫਿਰ ਦਿਨ ਰਾਤ, ਫਿਰ ਦਿਨ ਨੂੰ ਵੀ ਵੰਡਿਆ ਗਿਆ ਸਮੇਂ ਦੇ ਵਿੱਚ, 4 ਪਹਿਰ ਦਿਨ, 4 ਪਹਿਰ ਰਾਤ, ਘੰਟੇ, ਮਿੰਟ, ਸਕਿੰਟ, ਉਹ ਸਾਰੇ ਸਮੇਂ ਦੇ ਵਿੱਚ ਸੱਚਾ ਹੈ। ਮਹਾਰਾਜ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹਦੇ ਤੋਂ ਬਿਨਾ ਹੋਰ ਕੋਈ ਆਦ ਜੁਗਾਦ ਸੱਚ ਤਾਂ ਨਹੀਂ ਹੈ। ਕੋਈ ਸਰੀਰ ਸਾਰੇ ਸਮਿਆਂ ਵਿੱਚ ਸੱਚਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਬਾਕੀ ਸਾਰਾ ਜਿਹੜਾ ਇਹ ਨਾਸਮਾਨ ਹੈ, ਬਾਕੀ ਕਿਰਤ ਹੈ, ਉਹ ਕਰਤਾ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਿਨਾਸੀ, ਤਿਹ ਪਰਮੇਸ਼ਰ ਜਾਨੋ। ਉਹ ਪਰਮੇਸ਼ਵਰ ਵਾਹਿਗੁਰੂ ਉਸੇ ਨੂੰ ਆਖਿਆ ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਆ ਹੋ ਹਮਾਰਾ। ਇੱਥੇ ਆਦ ਅੰਤ ਜੋ ਪਦ ਵਰਤਿਆ ਨਾ ਗੁਰੂ ਪਿਤਾ ਕਲਗੀਧਰ ਪਾਤਸ਼ਾਹ ਜੀ ਨੇ, ਇਹ ਵਾਹਿਗੁਰੂ ਦੇ ਆਦ ਅੰਤ ਵਾਸਤੇ ਨਹੀਂ ਹੈ। ਉਹ ਤਾਂ ਸਦਾ ਸਲਾਮਤ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਸ੍ਰਿਸ਼ਟੀ ਦੇ ਆਦ ਅੰਤ ਵਾਸਤੇ ਹੈ ਕਿ ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਉਹ ਸੱਚਾ ਹੈ, ਸ੍ਰਿਸ਼ਟੀ ਦਾ ਜਿਸ ਵੇਲੇ ਖਾਤਮਾ ਕਰਦਾ ਹੈ ਉਸ ਵੇਲੇ ਵੀ ਉਹ ਸੱਚਾ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗ ਨਾਸਨ ਜਗਦੀਸ਼ਰ ਹੈ। ਇਸ ਕਰਕੇ ਉਹਨੂੰ ਆਖਿਆ ਹੈ ਸੱਚਾ ਸਾਹਿਬ, ਕਿ ਉਹ ਸੱਚਾ ਮਾਲਕ ਹੈ।
ਜਿਵੇਂ ਖਸਮ ਪਦ ਜਿਹੜਾ ਹੈ ਇਹ ਵੀ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਅਨੇਕਾਂ ਵਾਰੀ ਵਰਤਿਆ ਹੈ, ਉਚਾਰਨ ਕੀਤਾ ਹੈ। ਖਸਮ ਦਾ ਅਰਥ ਵੀ ਮਾਲਕ ਹੈ, ਸਾਹਿਬ ਦਾ ਅਰਥ ਵੀ ਮਾਲਕ ਹੈ। ਸਾਧ ਸੰਗਤ ਜੀ, ਕਈਆਂ ਥਾਵਾਂ ਤੇ ਖਸਮ ਵਰਤਿਆ ਹੈ, ਕਈਆਂ ਥਾਵਾਂ ਤੇ ਮਹਾਰਾਜ ਨੇ ਖਸਮ ਸੱਸੇ ਤੇ ਟਿੱਪੀ ਲਾ ਕੇ ਵੀ। ਅਰਥ ਦੋਨਾਂ ਦਾ ਇੱਕੋ ਹੀ ਹੈ, ਉਚਾਰਨ ਦੇ ਵਿੱਚ ਅੰਤਰਾ ਹੈ। ਜਿਵੇਂ ਅਗਮ ਅਤੇ ਅਗੰਮ। ਅਗਮ ਜਿਹੜਾ ਪਾਠ ਹੈ ਟਿੱਪੀ ਤੋਂ ਬਿਨਾਂ ਵੀ ਆਉਂਦਾ ਹੈ ਗੁਰਬਾਣੀ ਦੇ ਅੰਦਰ, ਤੇ ਅਗੰਮ ਗੱਗੇ ਤੇ ਟਿੱਪੀ ਨਾਲ ਵੀ ਆਉਂਦਾ ਹੈ। ਅਰਥ ਭਾਵੇਂ ਬਰਾਬਰ ਹੈ ਪਰ ਉਚਾਰਨ ਦੇ ਵਿੱਚ ਮਾਤਰਾ ਦੇ ਲਿਹਾਜ਼ ਦੇ ਨਾਲ ਫਰਕ ਹੈ। ਇਸੇ ਤਰ੍ਹਾਂ ਖਸਮ ਤੇ ਖਸਮ। ਜਦੋਂ ਆਪਾਂ ਸ੍ਰੀ ਮੁਖ ਵਾਕ ਤੋਂ ਪਹਿਲਾਂ ਪੰਕਤੀਆਂ ਪੜ੍ਹਦੇ ਹਾਂ, ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਉੱਥੇ ਖਸਮ ਪੜ੍ਹਦੇ, ਅਰਥ ਤਾਂ ਖਸਮ ਹੀ ਹੈ, ਮਾਲਕ ਹੀ ਹੈ, ਖਸਮ ਦਾ ਅਰਥ ਮਾਲਕ ਹੈ, ਪਰ ਉਚਾਰਨ ਖਸਮ ਹੀ ਹੋਵੇਗਾ। ਇਸੇ ਤਰ੍ਹਾਂ ਗਰੀਬ ਨਵਾਜ ਕਹਿੰਦੇ ਆਸਾ ਕੀ ਵਾਰ ਦੇ ਵਿੱਚ, ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਖਸਮ ਦਾ ਅਰਥ ਮਾਲਕ ਹੈ, ਵੀ ਸਾਹਿਬ ਦਾ ਅਰਥ ਵੀ ਮਾਲਕ ਹੈ, ਖਸਮ ਦਾ ਅਰਥ ਵੀ ਮਾਲਕ ਹੈ। ਤਾਂ ਮਹਾਰਾਜ ਸਾਹਿਬ ਵਾਹਿਗੁਰੂ ਪਰਮੇਸ਼ਰ ਨੂੰ ਸੱਚਾ ਸਾਹਿਬ ਕਹਿੰਦੇ ਹਨ। ਗਰੀਬ ਨਵਾਜ ਫਰਮਾਉਂਦੇ, ਸਾਚੇ ਸਾਹਿਬਾ, ਸਾਚੇ ਤੋਂ ਭਾਵ ਹੈ ਸੱਚੇ, ਸਾਹਿਬਾ ਤੋਂ ਭਾਵ ਹੈ ਮੇਰੇ ਮਾਲਕਾ। ਬੇਨਤੀ ਕਰਦੇ ਵਾਹਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ, ਸਾਚੇ ਸਾਹਿਬਾ, ਸੱਚੇ ਮੇਰੇ ਮਾਲਕਾ, ਕਿਆ ਨਾਹੀ ਘਰ ਤੇਰਾ, ਕੀ ਨਹੀਂ ਹੈ ਤੇਰੇ ਘਰ ਦੇ ਵਿੱਚ, ਤੇਰਾ ਘਰ ਹੀ ਬਹੁਤ ਵੱਡਾ ਹੈ। ਜਿੱਡਾ ਵੱਡਾ ਸੱਚੇ ਮਾਲਕ ਦਾ ਘਰ ਹੈ, ਓਡਾ ਵੱਡਾ ਹੋਰ ਕੋਈ ਘਰ ਹੈ ਹੀ ਨਹੀਂ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ, ਜਿੱਥੇ ਬੈਠ ਕੇ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ। ਤੇ ਉਸ ਘਰ ਦੇ ਅੱਗੇ ਫਿਰ ਕਿੰਨੇ ਜਸ ਗਾਉਣ ਵਾਲੇ ਆ, ਕਿੰਨੇ ਹੱਥ ਜੋੜ ਕੇ ਖਲੋਤੇ ਹੋਏ ਆ ਸੱਚਖੰਡ ਦਰਬਾਰ ਦੇ ਅੱਗੇ। ਸੋ ਦਰ ਦੀ ਪੌੜੀ ਆਪਾਂ 27ਵੀਂ ਪੌੜੀ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਰਹਿਰਾ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹਾਂ। ਜਿੱਥੇ ਆਸਾ ਰਾਗ ਆਰੰਭ ਹੁੰਦਾ ਉੱਥੇ ਤੀਜੀ ਵਾਰੀ ਫੇਰ ਉਹੀ ਮਹਾਰਾਜ ਨੇ ਉਚਾਰਨ ਕੀਤਾ, ਪਰ ਤਿੰਨਾਂ ਥਾਵਾਂ ਦੇ ਉੱਤੇ ਥੋੜਾ ਥੋੜਾ ਲਗਾ ਮਾਤਰਾ ਦਾ ਫਰਕ ਹੈ। ਜਪਜੀ ਸਾਹਿਬ ਨਾਲੋਂ ਰਹਿਰਾ ਸਾਹਿਬ ਦੀ ਪੌੜੀ ਦੇ ਵਿੱਚ, ਉਹਦੇ ਨਾਲੋਂ ਅੱਗੇ ਆਸਾ ਰਾਗ ਦੀ ਆਰੰਭਤਾ ਦੇ ਵਿੱਚ। ਉਹ ਵਾਹਿਗੁਰੂ ਦੇ ਘਰ ਦਾ ਜ਼ਿਕਰ ਕੀਤਾ, ਉਹਦੇ ਦਰ ਦਾ ਜ਼ਿਕਰ ਕੀਤਾ ਕਿ ਕਿਆ ਸੋਹਣਾ ਤੇਰਾ ਦਰ ਘਰ ਹੈ ਸੱਚਖੰਡ ਦਰਬਾਰ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸਾਂਭ ਸੰਭਾਲ ਕਰਦਾ। ਕਿੰਨੀਆਂ ਧਰਤੀਆਂ ਪੈਦਾ ਕੀਤੀਆਂ, ਕਿੰਨੇ ਆਕਾਸ਼ ਪੈਦਾ ਕੀਤੇ, ਕਿੰਨੇ ਖੰਡ ਪੈਦਾ ਕੀਤੇ, ਕਿੰਨੇ ਬ੍ਰਹਿਮੰਡ ਪੈਦਾ ਕੀਤੇ, ਕਰੋੜਾਂ ਹੀ ਕਰੋੜਾਂ, ਕੋਈ ਅੰਤ ਤਾਂ ਹੈ ਨਹੀਂ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦਾ ਉਹ ਮਾਲਕ ਹੈ। ਤੇ 1 ਕਰੋੜ ਤਾਂ ਨਹੀਂ ਆਖਿਆ ਮਹਾਰਾਜ ਨੇ, ਕੋਈ ਗਿਣਤੀ ਨਹੀਂ ਹੈ। ਇੰਨੇ ਬ੍ਰਹਿਮੰਡ, ਇੰਨੇ ਖੰਡ ਪੈਦਾ ਕੀਤੇ, ਤੇ ਉਹਨਾਂ ਸਾਰਿਆਂ ਦਾ ਫਿਰ ਉਹ ਦਾਤਾ ਹੈ, ਕੱਲੇ ਕੱਲੇ ਨੂੰ ਦਾਤ ਦੇ ਰਿਹਾ, ਕੱਲੇ ਕੱਲੇ ਨੂੰ ਰੋਜੀ ਰੋਟੀ ਦੇ ਰਿਹਾ ਹੈ। ਕਿੱਡਾ ਵੱਡਾ ਪ੍ਰਬੰਧ ਹੈ ਉਹਦਾ, ਕਿੱਡਾ ਵੱਡਾ ਇਹ ਸੰਸਾਰ ਹੈ, ਸ੍ਰਿਸ਼ਟੀ ਹੈ। ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਆਕਾਸ਼ ਪਤਾਲ, ਕੋਈ ਅੰਤ ਹੈ। ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਤੇ ਸਾਰਿਆਂ ਦੀ ਉਹ ਪਾਲਣਾ ਕਰ ਰਿਹਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ।
सबना जिया का एक दाता, सारिया जिया का इको एक ही दाता है। ते जी किन्ने, कल्ले इसे धरती ते जी तां नहीं। ਕਰੋੜਾਂ ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ, ਕਰੋੜਾਂ ਅਰਬਾਂ ਖਰਬਾਂ ਖੰਡ ਬ੍ਰਹਿਮੰਡ ਪੈਦਾ ਕੀਤੇ, ਕੋਈ ਅੰਤ ਹੀ ਨਹੀਂ ਹੈ। ਤੇ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ, ਆਪਣੇ ਦਰ ਘਰ ਵਿੱਚ ਬੈਠਾ ਹੋਇਆ। ਸੋ ਦਰ ਕੇਹਾ ਸੋ ਘਰ ਕੇਹਾ, ਚਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਫਿਰ ਕਿੰਨੇ ਉੱਥੇ ਵਾਜੇ ਵਜਾਉਣ ਵਾਲੇ, ਕਿੰਨੇ ਉਹਦਾ ਜਸ ਗਾਉਣ ਵਾਲੇ। ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਦੋਨੋਂ ਪੌਣ ਪਾਣੀ ਪੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਣ, ਸੁਰਗਾ ਮਛ ਪੈ ਆਲੇ। ਗਾਵਣ ਰਤਨੇ ਉਪਾਏ ਤੇਰੇ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋਂ ਗਾਵਹਿ, ਜੋ ਤੁਧ ਭਾਵਨ ਰਤੇ, ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ, ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਕੀ ਹੋਸੀ ਜਾਏ, ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਬਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਹੈ, ਸਾਰੇ ਪਾਤਸ਼ਾਹ ਤੋਂ ਸ੍ਰੇਸ਼ਟ ਸ਼੍ਰੋਮਣੀ ਪਾਤਸ਼ਾਹ ਹੈ, ਸੱਚਾ ਮਾਲਕ ਹੈ। ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਐਸੇ ਸਾਚੇ ਸਾਹਿਬਾ, ਇਹ ਸੱਚੇ ਮਾਲਕਾ, ਕਿਆ ਨਾਹੀ ਘਰ ਤੇਰਾ, ਤੇਰੇ ਘਰ ਵਿੱਚ ਕੀ ਨਹੀਂ ਹੈ। ਘਰ ਤਾਂ ਤੇਰਾ ਸਭ ਕਿਛ ਹੈ। ਤੇ ਪ੍ਰਭੂ ਤੇਰੇ ਘਰ ਦੇ ਵਿੱਚ ਤਾਂ ਸਭ ਕੁਛ ਹੈ, ਸਾਰਾ ਕੁਝ ਹੀ ਹੈ। ਹੁਣ ਸਾਰਾ ਕੁਝ ਮਹਾਰਾਜ ਸਾਹਿਬ ਨੇ ਆਖਿਆ ਹੈ, ਤੇ ਸਾਰੇ ਕੁਝ ਨੂੰ ਗਿਣਨ ਲੱਗ ਪਈਏ ਤਾਂ ਬੜੀ ਵੱਡੀ ਉਹ ਲਿਸਟ ਬਣ ਜਾਵੇਗੀ। ਸਾਰਾ ਕੁਝ, ਜੋ ਕੁਝ ਵੀ ਜੀਵਾਂ ਨੂੰ ਆਪ ਜੀ ਦੇ ਰਹੇ ਹੋ, ਆਪ ਜੀ ਦੇ ਘਰ ਦੇ ਵਿੱਚ ਸਭ ਕੁਝ ਹੀ ਹੈ। ਸੰਸਾਰੀ ਪਦਾਰਥ ਵੀ ਸਾਰੇ ਆਪ ਜੀ ਦੇ ਘਰ ਵਿੱਚ ਹਨ, ਪਰਮਾਰਥੀ ਪਦਾਰਥ ਵੀ ਆਪ ਜੀ ਦੇ ਘਰ ਵਿੱਚ ਹਨ। ਸਾਰਾ ਕੁਝ ਹੀ ਆਪ ਜੀ ਦੇ ਘਰ ਵਿੱਚ ਹੈ, ਕਿਸੇ ਗੱਲ ਦੀ ਕੋਈ ਕਮੀ ਹੈ ਹੀ ਨਹੀਂ। ਪ੍ਰਭੂ ਸੱਚੇ ਮੇਰੇ ਮਾਲਕਾ, ਤੇਰੇ ਘਰ ਦੇ ਵਿੱਚ। ਪਰ ਮਿਲਦਾ ਕਿਸ ਨੂੰ ਹੈ? ਸਭ ਕੁਝ ਆਪ ਜੀ ਦੇ ਘਰ ਵਿੱਚ ਹੈ, ਦਿੰਦੇ ਕਿਸ ਨੂੰ ਹੋ? ਜਿਸ ਦੇਹ ਸੋ ਪਾਵੇ। ਜਿਸ ਨੂੰ ਆਪ ਦਿੰਦੇ ਹੋ ਨਾ ਆਪਣੀ ਖੁਸ਼ੀ ਦੇ ਨਾਲ, ਸੋ ਪਾਵੇ, ਉਹੀ ਪ੍ਰਾਪਤ ਕਰਦਾ। ਕੋਈ ਜ਼ਬਰਦਸਤੀ ਤੇ ਨਹੀਂ ਲੈ ਸਕਦਾ। ਜ਼ੋਰ ਤਾਂ ਤੇਰੇ ਅੱਗੇ ਕਿਸੇ ਦਾ ਚੱਲ ਨਹੀਂ ਸਕਦਾ, ਜ਼ੋਰ ਨਾਲ ਨਹੀਂ ਕੋਈ ਲੈ ਸਕਦਾ। ਹਾਂ, ਬੇਨਤੀ ਕਰਕੇ ਲੈ ਸਕਦਾ, ਤਰਲਾ ਪਾ ਕੇ ਲੈ ਸਕਦਾ, ਝੁਕ ਕੇ ਲੈ ਸਕਦਾ, ਨੀਵਾਂ ਹੋ ਕੇ ਲੈ ਸਕਦਾ, ਬੇਨਤੀਆਂ ਕਰ ਕਰਕੇ। ਕਿਉਂਕਿ ਜ਼ੋਰ ਨਹੀਂ ਚੱਲਦਾ, ਅਰਦਾਸ ਚੱਲਦੀ ਆ। ਮਹਾਰਾਜ ਕਹਿੰਦੇ, ਨਾਨਕ ਜ਼ੋਰ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਮਾਲਕ ਦੇ ਨਾਲ, ਸੱਚੇ ਸਾਹਿਬ ਦੇ ਨਾਲ ਜ਼ੋਰ ਨਹੀਂ ਚੱਲ ਸਕਦਾ। ਕੋਈ ਆਪਣੇ ਜ਼ੋਰ ਨਾਲ ਕੁਝ ਨਹੀਂ ਲੈ ਸਕਦਾ, ਅਰਦਾਸ ਕਰਕੇ ਲੈ ਸਕਦਾ ਸਭ ਕੁਝ। ਜਿੰਨੇ ਵੀ ਜੋ ਕੁਝ ਪ੍ਰਾਪਤ ਕੀਤਾ, ਅਰਦਾਸ ਕਰਕੇ ਲਿਆ, ਬੇਨਤੀ ਕਰਕੇ ਲਿਆ, ਸਭ ਕੁਝ। ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਨਾ ਕਿ ਹੇ ਪ੍ਰਭੂ, ਆਪ ਦੁੱਧ ਵੀ ਦੇਣ ਵਾਲੇ ਹੋ, ਦੁੱਧ ਮੰਗਣ ਵਾਲਿਆਂ ਨੂੰ, ਪੁੱਤ ਮੰਗਣ ਵਾਲਿਆਂ ਨੂੰ ਪੁੱਤ ਵੀ ਦੇਣ ਵਾਲੇ।
ਗੁਰੂ ਸਾਹਿਬ ਜੀ ਨੇ ਬਚਨ ਕੀਤਾ ਆਪਣੀ ਰਸਨਾ ਤੋਂ, ਦੂਧ ਪੂਤ ਕੇ ਦਿਵਈਆ। ਆਪ ਦੁੱਧ ਵੀ ਦੇਣ ਵਾਲੇ ਹੋ। ਮੰਗਦੇ ਹਨ ਸੰਸਾਰ ਦੇ ਲੋਕ ਕਿ ਮਹਾਰਾਜ ਸਾਡੀਆਂ ਮੱਝਾਂ ਗਾਵਾਂ ਦੁੱਧ ਦੇਣ, ਤੇ ਦੁੱਧ ਲਿਆ ਕੇ ਮਹਾਰਾਜ ਆਪ ਜੀ ਦੇ ਲੰਗਰਾਂ ਵਿੱਚ ਭੇਟ ਕਰਾਂਗੇ, ਖੀਰ ਬਣਾ ਕੇ ਚੜਾਵਾਂਗੇ। ਭਾਵਨਾ ਸੰਸਾਰ ਦੇ ਲੋਕਾਂ ਦੀ, ਜਿਹਦਾ ਕਾਰੋਬਾਰ ਹੀ ਮੱਝਾਂ ਗਾਵਾਂ ਦਾ ਵਾ, ਤੇ ਉਹਨੇ ਆਪਣੇ ਮੱਝਾਂ ਗਾਵਾਂ ਦੀ ਸੁੱਖ ਮੰਗਦਾ ਫਿਰੋ। ਫਸਲਾਂ ਬੀਜਣ ਵਾਲਾ ਕਿਸਾਨ, ਉਹ ਆਪਣੀ ਫਸਲ ਦੀ ਸੁੱਖ ਮੰਗਦਾ ਹੈ ਕਿ ਮਹਾਰਾਜ ਕਿਰਪਾ ਕਰੋ ਆ ਕਣਕਾਂ ਵਧੀਆ ਹੋ ਜਾਣ, ਫਸਲਾਂ ਵਧੀਆ ਹੋ ਜਾਣ, ਕਿਰਪਾ ਕਰੋ ਸਮਾਂ ਲੱਗ ਜਾਵੇ। ਥਾਂ ਥਾਂ ਤੇ ਮੰਗਿਆ ਹੈ। ਇਤਿਹਾਸ ਵਿੱਚ ਵੀ ਜ਼ਿਕਰ ਹੈ, ਜਦੋਂ ਗੁਰੂ ਸਾਹਿਬ ਜੀ ਸੰਸਾਰ ਤੇ 10 ਜਾਮਿਆਂ ਵਿੱਚ ਵਿਚਰੇ ਤੇ ਸੰਸਾਰ ਦੇ ਲੋਕਾਂ ਨੇ ਮੰਗਾਂ ਕੀਤੀਆਂ। ਕਿਸੇ ਨੇ ਪੁੱਤ ਮੰਗਿਆ ਹੈ, ਕਿਸੇ ਨੇ ਧੀ ਮੰਗੀ ਹੈ। ਮਹਾਰਾਜ ਸਾਹਿਬ ਜੀ ਸਾਰੀਆਂ ਦਾਤਾਂ ਦਿੰਦੇ ਆ। ਦੂਧ ਪੂਤ ਕੇ ਦਿਵਈਆ, ਇਹ ਸੱਚੇ ਮੇਰੇ ਮਾਲਕ, ਤੁਸੀਂ ਦੁੱਧ ਵੀ ਦੇਣ ਵਾਲੇ ਹੋ, ਦੁੱਧ ਮੰਗਣ ਵਾਲਿਆਂ ਨੂੰ, ਪੁੱਤ ਮੰਗਣ ਵਾਲਿਆਂ ਨੂੰ ਪੁੱਤ ਵੀ ਦਿੰਦੇ ਹੋ। ਰੋਗ ਸੋਗ ਕੇ ਮਿਟਈਆ, ਤੇ ਕੋਈ ਤੰਦਰੁਸਤੀ ਮੰਗਦਾ ਹੈ ਕਿ ਮਹਾਰਾਜ ਮੇਰਾ ਰੋਗ ਕੱਟ ਦਿਓ, ਮੈਨੂੰ ਤੰਦਰੁਸਤੀ ਦੇ ਦਿਓ, ਉਹਦਾ ਰੋਗ ਵੀ ਕੱਟ ਦਿੰਦੇ ਹੋ। ਕੋਈ ਸੋਗ ਨੂੰ ਮਿਟਾਉਣ ਵਾਸਤੇ ਬੇਨਤੀ ਕਰਦਾ ਕਿ ਮਹਾਰਾਜ ਮੇਰਾ ਮਨ ਚਿੰਤਾ ਦਾ ਗਰਸਿਆ ਰਹਿੰਦਾ ਹੈ, ਹਰ ਵੇਲੇ ਗਮ ਬਣਿਆ ਰਹਿੰਦਾ ਹੈ, ਝੋਰਿਆਂ ਵਿੱਚ ਰਹਿੰਦਾ ਹਾਂ, ਸੋਗ ਵਿੱਚ ਰਹਿੰਦਾ ਹਾਂ, ਕਿਰਪਾ ਕਰਕੇ ਸੋਗ ਕੱਟ ਦਿਓ। ਸਤਿਗੁਰੂ ਦੁੱਖ ਕੱਟ ਦੇ, ਸੰਤਾਪ ਕੱਟ ਦੇ, ਰੋਗ ਕੱਟ ਦੇ, ਸੋਗ ਕੱਟ ਦੇ, ਚਿੰਤਾਵਾਂ ਕੱਟ ਦੇ। ਗਰੀਬ ਨਵਾਜ ਕਹਿੰਦੇ ਭਾਈ ਗੁਰਬਾਣੀ ਪੜ੍ਹਿਆ ਕਰ, ਨਿਤਨੇਮ ਕਰਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ ਭਾਵਨਾ ਨਾਲ, ਜਾਪ ਸਾਹਿਬ ਪੜ੍ਹਿਆ ਕਰ, ਅਕਾਲ ਪੁਰਖ ਨੂੰ ਨਮਸਕਾਰਾਂ ਕਰਿਆ ਕਰ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਨਮਸਕਾਰਾਂ ਕਰਿਆ ਕਰ ਅਕਾਲ ਪੁਰਖ ਵਾਹਿਗੁਰੂ ਨੂੰ। ਸਵਈਆਂ ਦੀ ਬਾਣੀ ਪੜ੍ਹਿਆ ਕਰ, ਚੌਪਈ ਸਾਹਿਬ ਪੜ੍ਹਿਆ ਕਰ, ਕਰਿਆ ਕਰ ਬੇਨਤੀ ਚੌਪਈ ਸਾਹਿਬ ਪੜ੍ਹ ਕੇ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹਿ ਬਚਾਵਹੋ। ਮਹਾਰਾਜ ਕਹਿੰਦੇ ਬੇਨਤੀ ਕਰਿਆ ਕਰ, ਫਿਰ ਪੜ੍ਹਿਆ ਕਰ ਆਨੰਦ ਸਾਹਿਬ 40 ਪੌੜੀਆਂ, ਫਿਰ ਪੜ੍ਹਿਆ ਕਰ ਸ਼ਾਮੀ ਰਹਿਰਾਸ ਸਾਹਿਬ ਜੀ ਦਾ ਪਾਠ, ਰਾਤੀ ਪੜ੍ਹਿਆ ਕਰ ਰੱਖਿਆ ਦੇ ਸ਼ਬਦ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪੜ੍ਹਿਆ ਕਰ ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ RAM ਕਾਰ, ਦੁਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, RAM ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਓ, ਰਾਖ ਲੀਏ ਤਿਨ ਰਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਹ ਕੀਰਤਨ ਸੋਹਲੇ ਦਾ ਪਾਠ ਕਰਕੇ ਸੋਇਆ ਕਰ, ਗੁਰ ਮੰਤਰ ਦਾ ਜਾਪ ਕਰਿਆ ਕਰ, ਮੂਲ ਮੰਤਰ ਦਾ ਜਾਪ ਕਰਿਆ ਕਰ, ਗੁਰੂ ਕੀ ਬਾਣੀ ਪੜ੍ਹਿਆ ਕਰ। ਤੇ ਗੁਰਸਿੱਖਾ, ਜਿਹੜਾ ਤੂੰ ਕਹਿਣਾ ਹੈ ਕਿ ਮੈਂ ਚਿੰਤਾ ਦਾ ਗਰਸਿਆ ਰਹਿਣਾ ਹਾਂ, ਦੁੱਖਾਂ ਰੋਗਾਂ ਦਾ ਗਰਸਿਆ ਰਹਿੰਦਾ ਹਾਂ, ਇਹ ਸਾਰੇ ਦੂਰ ਹੋ ਜਾਣਗੇ, ਕਿਉਂਕਿ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਸਾਰੀਆਂ ਹੀ ਦਾਤਾਂ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਆਪ ਜੀ ਦੇ ਘਰ ਵਿੱਚ, ਸੱਚੇ ਮਾਲਕ ਜੀ ਆਪ ਜੀ ਦੇ ਘਰ ਵਿੱਚ ਸਾਰਾ ਕੁਝ ਹੈ, ਪਰ ਜਿਸ ਦੀ ਭਾਵਨਾ ਵੇਖ ਕਰਕੇ, ਜਿਸ ਦਾ ਪ੍ਰੇਮ ਵੇਖ ਕਰਕੇ, ਜਿਸ ਉੱਤੇ ਦਿਆਲੂ ਹੋ ਕਰਕੇ, ਖੁਸ਼ ਹੋ ਕਰਕੇ ਜਿਸ ਨੂੰ ਦਿੰਦੇ ਉਹਨਾਂ ਦਾਤਾਂ, ਉਹੀ ਪ੍ਰਾਪਤ ਕਰਦਾ ਹੈ, ਉਹੀ ਪਾ ਸਕਦਾ ਹੈ। ਉਸੇ ਦੇ ਦੁੱਖ ਰੋਗ ਆਪ ਜੀ ਦੂਰ ਕਰ ਦਿੰਦੇ ਹੋ। दूध पूत के दिवैया, रोग सोग के मिटैया, आप सब कुछ मिटाउन वाले हो। दुख रोग संताप उतरे, दुख रोग संताप उतरे, दुख रोग
ਸੰਤਾਪ ਉਤਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੇ ਬਾਣੀ, ਸੁਣੀ ਸੱਚੇ ਬਾਣੀ, ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਸੰਤ ਸਾਜਨ ਭਏ ਸਰਸੇ, ਸੰਤ ਸਾਜਨ ਭਏ ਸਰਸੇ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਪੂਰੇ ਗੁਰ ਤੇ ਜਾਣੀ, ਪੂਰੇ ਗੁਰ ਤੇ ਜਾਣੀ, ਪੂਰੇ ਗੁਰ ਤੇ ਜਾਣੀ। ਦੁਖ ਰੋਗ ਸੰਤਾਪ ਉਤਰੇ। ਦੁੱਖ ਵੀ ਰੋਗ ਵੀ ਤੇ ਮਨ ਦਾ ਭਲੀ ਪ੍ਰਕਾਰ ਜਿਹੜਾ ਤਪਣਾ ਹੈ, ਚਿੰਤਾਵਾਂ ਝੋਰਿਆਂ ਦੇ ਨਾਲ, ਫਿਕਰਾਂ ਦੇ ਨਾਲ, ਉਹ ਸੰਤਾਪ ਵੀ ਉਤਰ ਗਏ। ਕਦੋਂ? ਜਦੋਂ ਸੁਣੀ ਸੱਚੀ ਬਾਣੀ, ਸੱਚੀ ਬਾਣੀ ਸੁਣੀ। ਸੰਤ ਸਾਜਣ ਭਏ ਸਰਸੇ, ਸੰਤ ਜਿਹੜੇ ਸੱਜਣ ਪਿਆਰੇ ਪ੍ਰਭੂ ਦੇ, ਉਹ ਸਰਸੇ ਦਾ ਅਰਥ ਹੈ ਰਸ ਦੇ ਸਹਿਤ ਹੋ ਗਏ। ਰਸ ਦੇ ਸਹਿਤ ਉਹਨਾਂ ਨੂੰ ਰਸ ਪ੍ਰਾਪਤ ਹੋ ਗਿਆ। ਪੂਰੇ ਗੁਰ ਤੇ ਜਾਣੀ, ਇਹ ਗੱਲ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਜਾਣੀ ਜਾਂਦੀ ਹੈ, ਸਮਝੀ ਜਾਂਦੀ ਹੈ। ਗਰੀਬ ਨਵਾਜ ਕਹਿੰਦੇ, ਹੇ ਸੱਚੇ ਸਾਹਿਬ ਵਾਹਿਗੁਰੂ ਜੀ, ਤੇਰੇ ਘਰ ਵਿੱਚ ਸਭ ਕੁਝ ਹੈ, ਪਰ ਪ੍ਰਾਪਤ ਉਹ ਕਰਦਾ ਜਿਸ ਦੇਹ ਸੋ ਪਾਵੇ, ਜਿਸ ਨੂੰ ਤੁਸੀਂ ਦਿੰਦੇ ਹੋ। ਕਿਉਂਕਿ ਜ਼ੋਰ ਨਹੀਂ ਨਾ ਚੱਲਦਾ, ਜ਼ੋਰ ਨਾਲ ਨਹੀਂ ਲੈ ਜਾਇਆ ਜਾ ਸਕਦਾ ਕੁਝ ਵੀ। ਮਹਾਰਾਜ ਨੇ ਆਖਿਆ ਅਰਦਾਸ ਚੱਲਦੀ, ਜ਼ੋਰ ਨਹੀਂ ਚੱਲਦਾ। ਨਾਨਕ ਜ਼ੋਰ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਜਿਸ ਠਾਕੁਰ ਸਿਓ ਨਾਹੀ ਚਾਰਾ, ਆਖਿਆ ਮਾਲਕ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ। ਫਿਰ ਕੀ ਚੱਲ ਸਕਦਾ? ਮਹਾਰਾਜ ਕਹਿੰਦੇ ਨਮਸਕਾਰ ਚੱਲਦੀ ਇੱਥੇ ਤਾਂ, ਝੁਕਣਾ ਚੱਲਦਾ। ਜਿਸ ਠਾਕੁਰ ਸਿਓ ਨਾਹੀ ਚਾਰਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਜਿਸ ਠਾਕੁਰ ਸਿਓ ਨਾਹੀ ਚਾਰਾ। ਤਾਕੋ ਕੀਜੈ ਸਾਧ ਨਮਸਕਾਰਾ, ਤਾਕੋ ਕੀਜੈ ਸਾਧ ਨਮਸਕਾਰਾ, ਤਾਕੋ ਕੀਜੈ ਸਾਧ ਨਮਸਕਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਜਿਸ ਮਾਲਕ ਦੇ ਅੱਗੇ, ਸੱਚੇ ਸਾਹਿਬ ਦੇ ਅੱਗੇ ਕੋਈ ਚਾਰਾ ਨਹੀਂ ਚੱਲ ਸਕਦਾ, ਕੋਈ ਜ਼ੋਰ ਨਹੀਂ ਚੱਲ ਸਕਦਾ, ਕੋਈ ਸਿਆਣਪ ਨਹੀਂ ਚੱਲ ਸਕਦੀ। ਮਹਾਰਾਜ ਕਹਿੰਦੇ ਉਹਦੇ ਅੱਗੇ ਫਿਰ ਝੁਕ ਕੇ ਅਰਦਾਸ ਕਰ ਤੇ ਨਮਸਕਾਰ ਕਰ, ਨਮਸਕਾਰ ਚੱਲਦੀ। ਤਾਂ ਜਿਨ੍ਹਾਂ ਜਿਨ੍ਹਾਂ ਨੇ ਜੋ ਮੰਗਿਆ ਨਮਸਕਾਰ ਕਰਕੇ ਉਹ ਕੁਝ ਹੀ ਮਿਲਿਆ। ਜਿਸ ਦੇਹ ਸੋ ਪਾਵੇ, ਪਰ ਜਿਸ ਨੂੰ ਵਾਹਿਗੁਰੂ ਜੀ ਸੱਚੇ ਸਾਹਿਬ ਜੀ ਆਪ ਦਿੰਦੇ ਉਹੀ ਪਾਉਂਦਾ ਹੈ। ਆ ਦੁੱਧ ਦੀ ਗੱਲ ਚੱਲੀ ਸੀ ਕਿ ਦੁੱਧ ਮੰਗਣ ਵਾਲਿਆਂ ਨੇ ਦੁੱਧ ਮੰਗਿਆ, ਦੂਧ ਪੂਤ ਕੇ ਦਵਈਆ। ਸ੍ਰੀ ਖਡੂਰ ਸਾਹਿਬ ਦੀ ਗਾਥਾ ਹੈ ਇਤਿਹਾਸ ਦੇ ਵਿੱਚ। ਇੱਕ ਵਾਰੀ ਪਸ਼ੂਆਂ ਨੂੰ ਬਿਮਾਰੀ ਪੈ ਗਈ। ਸੁਭਾਵਿਕ ਹੀ ਹੈ, ਫਸਲਾਂ ਨੂੰ ਵੀ ਬਿਮਾਰੀ ਪੈਂਦੀ ਹੈ, ਪਸ਼ੂਆਂ ਨੂੰ ਵੀ ਪੈਂਦੀ ਹੈ। ਮਨੁੱਖ ਤਾਂ ਕੋਈ ਵਿਰਲਾ ਹੀ ਬਚਿਆ ਰੋਗਾਂ ਸੋਗਾਂ ਤੋਂ। ਨਾਨਕ ਦੁਖੀਆ ਸਭ ਸੰਸਾਰ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਪਸ਼ੂਆਂ ਨੂੰ ਬਿਮਾਰੀ ਪੈ ਗਈ ਤੇ ਖਹਿਰੇ ਜੱਟ ਜ਼ਿਮੀਂਦਾਰ ਇਕੱਠੇ ਹੋ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ। ਮਹਾਰਾਜ ਪਸ਼ੂਆਂ ਨੂੰ ਬਿਮਾਰੀ ਪੈ ਗਈ ਹੈ, ਕਿਰਪਾ ਕਰੋ, ਰੱਖਿਆ ਕਰੋ, ਸਹਾਇਤਾ ਕਰੋ। ਤੇ ਗਰੀਬ ਨਵਾਜ ਨੇ ਬਚਨ ਕੀਤਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨਗੇ, ਬਿਮਾਰੀ ਦੂਰ ਹੋ ਜਾਵੇਗੀ। ਪਰ ਗੁਰੂ ਸਾਹਿਬ ਨੇ ਬਚਨ ਹੀ ਕਰਨਾ ਸੀ। ਬਚਨ ਕੀਤਾ ਤੇ ਪਸ਼ੂ ਜਿਹੜੇ ਉਹ ਤੰਦਰੁਸਤ ਹੋ ਗਏ। ਫਿਰ ਦੁੱਧ ਉਹਨਾਂ ਦਿਨਾਂ ਵਿੱਚ ਡੇਅਰੀਆਂ ਨਹੀਂ ਸੀ ਨਾ ਹੁੰਦੀਆਂ ਅੱਜ ਵਰਗੀਆਂ। ਹੁਣ ਤੇ ਸਾਰਾ ਦੁੱਧ ਡੇਅਰੀਆਂ ਤੋਂ ਅੱਗੇ ਅੱਗੇ। ਪਿਛਲੇ ਸਮੇਂ ਵਿੱਚ ਦੁੱਧ ਵੇਚਦੇ ਨਹੀਂ ਹੁੰਦੇ ਸੀ, ਘਰੇ ਹੀ ਰੱਖਦੇ ਹੁੰਦੇ ਸੀ ਤੇ ਦਹੀਂ ਲੱਸੀ ਬਣਾਉਂਦੇ ਹੁੰਦੇ ਸੀ। ਘਰ ਵਿੱਚ ਘਿਓ ਬਣਾਉਂਦੇ ਸੀ, ਘਿਓ ਭਾਵੇਂ ਵੇਚ ਲੈਂਦੇ ਸੀ ਪਰ ਦੁੱਧ ਨਹੀਂ ਸੀ ਵੇਚਦੇ। ਖੁੱਲਾ ਦੁੱਧ ਹੁੰਦਾ ਸੀ, ਪਸ਼ੂ ਜ਼ਿਆਦੇ ਰੱਖਦੇ ਸੀ, ਚਾਰਿਆ ਵੀ ਕਰਦੇ ਸੀ। ਉਹ ਖੁੱਲਾ ਦੁੱਧ ਤੇ ਫਿਰ ਜਿਨ੍ਹਾਂ ਦੇ ਉਹ ਪਸ਼ੂ ਠੀਕ ਹੋਏ ਉਹਨਾਂ ਨੇ ਦੁੱਧ ਲਿਆ ਕੇ ਲੰਗਰਾਂ 'ਚ ਭੇਟ ਕੀਤਾ ਤੇ ਦੁੱਧ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ, ਬੇਅੰਤੀ ਦੁੱਧ ਆਇਆ।
ਤੇ ਗੁਰਸਿੱਖਾਂ ਨੇ ਲੰਗਰ 'ਚ ਸੇਵਾ ਕਰਨ ਵਾਲਿਆਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਦੁੱਧ ਤਾਂ ਬੇਅੰਤੀ ਆ ਗਿਆ, ਸਾਰੀਆਂ ਸੰਗਤਾਂ ਦੁੱਧ ਲੈ ਕੇ ਆ ਰਹੀਆਂ। ਸਤਿਗੁਰੂ ਕਹਿੰਦੇ ਸੰਗਤ ਹੀ ਲੈ ਕੇ ਆ ਰਹੀ ਹੈ ਤੇ ਸੰਗਤ ਨੂੰ ਹੀ ਗਰਮ ਕਰ ਕਰਕੇ ਛਕਾਈ ਜਾਓ। ਮਹਾਰਾਜ ਗਰਮ ਕਰ ਕਰਕੇ ਸੰਗਤਾਂ ਨੂੰ ਦੁੱਧ ਛਕਾ ਰਿਹਾ, ਦੁੱਧ ਫੇਰ ਵੀ ਬੇਅੰਤ ਵਾ। ਸਤਿਗੁਰੂ ਕਹਿੰਦੇ ਖੀਰਾ ਬਣਾ ਦੋ, ਖੀਰਾ ਬਣਾ ਕੇ ਛਕਾ ਦੋ ਤੇ ਇਹਨੂੰ ਗਰਮ ਕਰ ਕਰਕੇ ਇਹਦਾ ਦਹੀਂ ਬਣਾਓ, ਰਿੜਕ ਕੇ ਘਿਓ ਕੱਢੋ। ਉਹ ਘਿਓ ਵੀ ਕੱਢਿਆ, ਖੀਰਾਂ ਵੀ ਬਣੀਆਂ। ਫਿਰ ਧੰਨ ਮਾਤਾ ਖੀਵੀ ਜੀ ਨੇ ਕੜਛੀਆਂ ਭਰ ਭਰ ਕੇ ਖੀਰ ਦੇ ਵਿੱਚ ਘਿਓ ਦੀਆਂ ਪਾਈਆਂ। ਲੰਗਰ ਦੌਲਤ ਵੰਡੀਐ ਰਾਸੇ ਅੰਮ੍ਰਿਤ ਖੀਰ ਘੇ ਆਲੀ, ਘੇ ਆਲੀ ਘਿਓ ਵਾਲੀ ਖੀਰ ਵਰਤਾਈ ਉੱਥੇ ਬੇਅੰਤੀ, ਕਿਉਂਕਿ ਮਹਾਰਾਜ ਨੇ ਦਾਤਾਂ ਦਿੱਤੀਆਂ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਦੇ ਪਸ਼ੂ ਠੀਕ ਹੋਏ, ਦੁੱਧ ਬੇਅੰਤ ਹੋਇਆ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਵਿੱਚੋਂ ਹੀ ਫਿਰ ਮਹਾਰਾਜ ਸਾਹਿਬ ਨੂੰ ਭੇਟ ਕੀਤਾ ਤੇ ਸਤਿਗੁਰੂ ਹੋਰ ਚੌਕਣਾ ਦੇ ਦਿੰਦੇ ਆ। ਉਸ ਦੇ ਚੌਕਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਬੇਅੰਤ ਫਿਰ ਦੁੱਧ ਤੇ ਖੀਰ ਵਰਤਣ ਲੱਗੀ ਤੇ ਘਿਓ ਵਿੱਚ ਪੈਣ ਲੱਗਾ। ਮਾਤਾ ਖੀਵੀ ਜੀ ਆਪ ਸੇਵਾ ਕਰਦੇ ਹੁੰਦੇ ਸੀ ਲੰਗਰ ਦੇ ਵਿੱਚ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਅੱਜ ਵੀ ਮਰਿਆਦਾ ਹੈ ਖਡੂਰ ਸਾਹਿਬ ਦੇ ਲੰਗਰ ਦੀ। ਮਾਤਾ ਖੀਵੀ ਜੀ ਦੇ ਨਾਮ ਦੇ ਉੱਤੇ ਲੰਗਰ ਸਾਹਿਬ ਦੀ ਸੇਵਾ ਕੀਤੀ ਹੈ ਮਹਾਂਪੁਰਖਾਂ ਨੇ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਤੇ ਇਲਾਕੇ ਦੇ ਪਿੰਡਾਂ ਦੀ ਸੇਵਾ ਲਾਈ ਹੋਈ ਹੈ, ਵੱਖ-ਵੱਖ ਪਿੰਡਾਂ ਦੀ, ਕਿ ਤੁਸੀਂ ਦੁੱਧ ਇਕੱਠਾ ਕਰਕੇ ਮਾਤਾ ਖੀਵੀ ਜੀ ਦੇ ਲੰਗਰ 'ਚ ਲੈ ਕੇ ਆਉਣਾ ਤੇ ਰੋਜ਼ ਖੀਰ ਬਣਦੀ ਹੈ। ਹੁਣ ਵੀ ਰੋਜ਼ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੀਕ ਇਹ ਮਹਾਰਾਜ ਸਾਹਿਬ ਜੀ ਦੀਆਂ ਬਰਕਤਾਂ, ਕਿਉਂਕਿ ਸਤਿਗੁਰੂ ਸਾਹਿਬ ਜੀ ਆਪਣੇ ਦਰੋਂ ਘਰੋਂ ਦੂਧ ਪੂਤ ਕੇ ਦਵਈਆ ਸਭ ਕੁਝ ਦੇਣ ਵਾਲੇ। ਇਤਿਹਾਸ ਭਰਿਆ ਪਿਆ, ਪਰ ਦਿੰਦੇ ਜਿਹਦੇ ਉੱਤੇ ਖੁਸ਼ ਹੋ ਜਾਂਦੇ ਉਸ ਨੂੰ ਦੇ ਦਿੰਦੇ ਆ, ਬਖਸ਼ਿਸ਼ਾਂ ਕਰ ਦਿੰਦੇ ਆ। ਮਾਈ ਸੁਲੱਖਣੀ ਆਈ ਸੀ ਨਾ 6ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪੁੱਤਰ ਮੰਗਣ ਵਾਸਤੇ। ਇਹ ਰਮਦਾਸ ਦੀ ਘਟਨਾ ਹੈ, ਇਤਿਹਾਸ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੀ। ਉਹਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਰਮਦਾਸ ਸਨ। ਉੱਥੇ ਮਾਤਾ ਆਈ ਤੇ ਮਾਰੇ ਘੋੜੇ ਤੇ ਸਵਾਰ ਹੋ ਕਰਕੇ ਸ਼ਿਕਾਰ ਖੇਡਣ ਵਾਸਤੇ ਚੱਲੇ। ਜੀਵਾਂ ਦੀ ਕਲਿਆਣ ਵਾਸਤੇ ਸ਼ਿਕਾਰ ਖੇਡਦੇ ਸੀ ਮਹਾਰਾਜ ਤੇ ਦੱਸ ਵੀ ਦਿੰਦੇ ਸੀ ਜਿਹਦਾ ਫਿਰ ਸ਼ਿਕਾਰ ਕਰਦੇ ਸੀ ਵੀ ਪਿਛਲਾ ਜਨਮ ਇਹਦਾ ਕਿਹੜਾ, ਕੀ ਕਾਰਨ ਕਰਕੇ ਇਸ ਜੂਨੀ ਵਿੱਚ ਪਿਆ ਹੋਇਆ, ਇਹਦੀ ਜੂਨੀ ਕੱਟਣ ਵਾਸਤੇ ਇੱਥੇ ਆਏ। ਮਹਾਰਾਜ ਘੋੜੇ ਤੇ ਸਵਾਰ ਤੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਹੋਰ ਗੁਰੂ ਕੇ ਲਾਲ ਪਿਆਰੇ ਸਿੱਖ। ਮਾਈ ਅੱਗੇ ਖਲੋ ਜਾਂਦੀ ਹੈ ਮਹਾਰਾਜ ਦੇ ਘੋੜੇ ਤੇ, ਬੇਨਤੀ ਕਰਦੀ ਵੀ ਸਤਿਗੁਰੂ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਮਾਤਾ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਹੈਗਾ। ਕਈਆਂ ਗੁਰਮੁਖਾਂ ਨੇ ਲਿਖਿਆ, ਮਹਾਰਾਜ ਨੇ ਆਖਿਆ ਮਾਤਾ ਤੇਰੇ ਕਰਮਾਂ ਵਿੱਚ 7 ਜਨਮ ਪੁੱਤਰ ਨਹੀਂ ਹੈਗਾ। ਬੜੀ ਭਾਵਨਾ ਨਾਲ ਆਈ ਸੀ ਤੇ ਫਿਰ ਪਿਛਾਂਹ ਹਟ ਕੇ ਬੈਠ ਗਈ ਇੱਕ ਪਾਸੇ ਤੇ ਰੋਣ ਲੱਗ ਪਈ। ਮਹਾਰਾਜ ਅੱਗੇ ਚਲੇ ਗਏ ਜੀਵਾਂ ਦੀ ਕਲਿਆਣ ਕਰਨ ਵਾਸਤੇ, ਸ਼ਿਕਾਰ ਖੇਡਣ ਵਾਸਤੇ। ਜਦੋਂ ਕੌਤਕ ਕਰਦੇ, ਚੋਜ ਕਰਦੇ, ਗਰੀਬ ਨਵਾਜ ਫੇਰ ਵਾਪਸ ਆਉਂਦੇ, ਉੱਥੇ ਭਾਈ ਗੁਰਦਾਸ ਸਾਹਿਬ ਜੀ ਮਾਤਾ ਨੂੰ ਵੇਖ ਲੈਂਦੇ ਰੋਂਦੀ ਹੋਈ। ਆਖਿਆ ਮਾਤਾ ਕਾਹਤੋਂ ਰੋ ਰਹੀ ਹੈ, ਤੂੰ ਗੁਰੂ ਘਰ ਵਿੱਚ ਆ ਕੇ ਰੋ ਰਹੀ ਹੈ। ਇੱਥੇ ਲੋਕ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਆ, ਸਾਰੀਆਂ ਦਾਤਾਂ ਮਿਲਦੀਆਂ, ਕਾਹਤੋਂ ਮਾਤਾ, ਕੀ ਪਰੇਸ਼ਾਨੀ ਹੈ। ਆਖਿਆ ਸਿੱਖਾ ਮੈਂ ਬਾਕੀ ਸਾਰੇ ਥਾਵਾਂ ਤੇ ਘੁੰਮ ਫੇਰ ਆਈ ਹਾਂ, ਕੋਈ ਦਰ ਨਹੀਂ ਛੱਡਿਆ, ਪੀਰਾਂ ਫਕੀਰਾਂ ਤੇ ਸਭ ਜਾ ਆਈ ਹਾਂ। ਇੱਕੋ ਹੀ ਆਸਰਾ ਸੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਵੀ ਉੱਥੋਂ ਨਿਰਾਸੀ ਨਹੀਂ ਮੁੜਾਂਗੀ, ਮੇਰੀ ਆਸ ਨੂੰ ਫਲ ਲੱਗੇਗਾ, ਮੇਰੀ ਆਸ ਪੂਰੀ ਹੋਵੇਗੀ। ਮਾਤਾ ਗੱਲ ਦੱਸ। ਸਿੱਖਾ ਪੁੱਤਰ ਲੈਣ ਵਾਸਤੇ ਆਈ ਸਾਂ, ਪੁੱਤਰ ਮੰਗਣ ਵਾਸਤੇ ਆਈ ਸਾਂ। ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤੇ ਮਹਾਰਾਜ ਨੇ ਆਖਿਆ ਤੇਰੇ ਤੇ ਕਰਮਾਂ 'ਚ ਹੀ ਪੁੱਤਰ ਹੈ। ਤਾਂ ਰੋਂਦੀ ਵੀ ਇੱਥੋਂ ਵੀ ਜਵਾਬ ਮਿਲ ਗਿਆ।
ਮਾਤਾ ਫਿਰ ਕਿਹੜੀ ਗੱਲ ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਤੇਰੇ ਕਰਮਾਂ 'ਚ ਪੁੱਤਰ ਹੈ ਨਹੀਂ। ਕਰਮ ਬਣਾਉਣ ਵਾਲੇ ਵੀ ਤੇ ਗੁਰੂ ਸਾਹਿਬ ਹੀ ਆ। ਮਾਤਾ ਫੇਰ ਬੇਨਤੀ ਕਰ ਤੇ ਗੁਰੂ ਸਾਹਿਬ ਨੂੰ ਆਖੀ ਵੀ ਮਹਾਰਾਜ ਜੇ ਕਰਮਾਂ 'ਚ ਪਹਿਲੋਂ ਨਹੀਂ ਲਿਖਿਆ ਤੇ ਹੁਣ ਲਿਖ ਦੋ। ਤੁਸੀਂ ਮਹਾਰਾਜ ਕਰਮਾਂ 'ਚ ਵੀ ਤਾਂ ਲਿਖਣ ਵਾਲੇ ਤੁਸੀਂ ਹੋ, ਮਾੜੇ ਕਰਮਾਂ ਨੂੰ ਮਿਟਣ ਵਾਲੇ ਤੁਸੀਂ ਹੋ, ਚੰਗੇ ਕਰਮ ਬਣਾ ਦੇਣ ਵਾਲੇ ਤੁਸੀਂ ਹੋ, ਗੁਰੂ ਪਰਮੇਸ਼ਰ ਹੋ। ਮਾਤਾ ਹੁਣ ਕੱਲ ਨੂੰ ਫੇਰ ਬੇਨਤੀ ਕਰੀ। ਜਦੋਂ ਗੁਰੂ ਸਾਹਿਬ ਨੂੰ ਜੇ ਬੇਨਤੀ ਕਰੇਗੀ ਨਾ ਤੇ ਆਪਣੇ ਨਾਲ ਇੱਕ ਕਾਗਜ਼ ਕਲਮ ਤੇ ਸ਼ਾਹੀ ਲੈ ਕੇ ਜਾਵਾਂ। ਆ ਮੈਂ ਤੈਨੂੰ ਦੇ ਦੇਣਾ ਹਾਂ ਕਾਗਜ਼ ਕਲਮ ਤੇ ਸ਼ਾਹੀ, ਤੇ ਗੁਰੂ ਸਾਹਿਬ ਦੇ ਅੱਗੇ ਕਰਕੇ ਤੇ ਆਖੀ ਵੀ ਮਹਾਰਾਜ ਤੁਸੀਂ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਅਗਲੇ ਦਿਨ ਫੇਰ ਜਦੋਂ ਮਹਾਰਾਜ ਘੋੜੇ ਤੇ ਸਵਾਰ, ਐਸਾ ਹੀ ਲਿਖਿਆ ਇਤਿਹਾਸ ਵਿੱਚ, ਸਤਿਗੁਰੂ ਜੀ ਘੋੜੇ ਤੇ ਸਵਾਰ ਸੀ, ਚੱਲੇ ਨਾ ਜਦੋਂ ਬਾਹਰ ਨੂੰ, ਮਾਤਾ ਫੇਰ ਘੋੜੇ ਦੀਆਂ ਵਾਗਾਂ ਫੜ ਕੇ ਖਲੋ ਗਈ। ਮਹਾਰਾਜ ਕਿਰਪਾ ਕਰੋ, ਆਸ ਲੈ ਕੇ ਆਈ ਹਾਂ। ਇਹ ਸੱਚੇ ਮੇਰੇ ਮਾਲਕਾ ਤੇਰੇ ਘਰ ਵਿੱਚ ਕੀ ਨਹੀਂ ਹੈ? ਸਭ ਕੁਝ ਹੈ, ਤੇ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਮਹਾਰਾਜ ਕਹਿੰਦੇ ਮਾਤਾ ਤੈਨੂੰ ਕੱਲ ਆਖਿਆ ਸੀ ਬੀਬੀ, ਤੈਨੂੰ ਕੱਲ ਆਖਿਆ ਸੀ ਵੀ ਤੇਰੇ ਘਰ ਦੇ ਵਿੱਚ ਤੇਰੇ ਕਰਮਾਂ 'ਚ ਪੁੱਤਰ ਨਹੀਂ ਹੈ। ਤੇ ਫਿਰ ਅੱਗੇ ਕਾਗਜ਼ ਕਰ ਦਿੱਤਾ, ਸ਼ਾਹੀ ਤੇ ਕਲਮ ਫੜਾ ਦਿੱਤੀ। ਮਹਾਰਾਜ ਜੇ ਪਹਿਲੋਂ ਨਹੀਂ ਕਰਮਾਂ 'ਚ ਲਿਖਿਆ ਤੇ ਹੁਣ ਲਿਖ ਦਿਓ, ਤੁਸੀਂ ਲਿਖਣ ਵਾਲੇ ਹੋ। ਉੱਥੇ ਇਤਿਹਾਸ 'ਚ ਲਿਖਿਆ ਮਹਾਰਾਜ ਹੱਸ ਪਏ। ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋ ਗਏ, ਕਹਿਣ ਲੱਗੇ ਮਾਈ ਤੈਨੂੰ ਕਿਸੇ ਸਿੱਖ ਨੇ ਜੁਗਤੀ ਦੱਸ ਦਿੱਤੀ। ਫਿਰ ਗਰੀਬ ਨਵਾਜ ਸਾਹਿਬ ਖੁਸ਼ੀ ਦੇ ਘਰ ਵਿੱਚ ਆਏ ਤੇ ਸਤਿਗੁਰੂ ਸਾਹਿਬ ਜੀ ਨੇ ਸਾਦਾ ਪਾਇਆ ਫਿਰ ਕਾਗਜ਼ ਦੇ ਉੱਤੇ। ਕਈਆਂ ਗੁਰਮੁਖਾਂ ਨੇ ਲਿਖਿਆ ਵੀ ਮਹਾਰਾਜ ਦਾ ਘੋੜਾ ਹੀ ਲਿਆ, ਘੋੜੇ ਨੇ ਸੁੰਮ ਚੁੱਕਿਆ, ਪਰ ਘੋੜਾ ਤੇ ਮਹਾਰਾਜ ਦੇ ਹੁਕਮ ਦੇ ਵਿੱਚ ਹੀ ਹੈ ਨਾ ਆਪਣੇ ਆਪ। ਜੇ ਗੁਰੂ ਸਾਹਿਬ ਨਹੀਂ ਸੱਤ ਦੇਣਾ ਚਾਹੁੰਦੇ ਤੇ ਘੋੜਾ ਕਿਵੇਂ ਦਵਾ ਸਕਦਾ? ਗਰੀਬ ਨਵਾਜ ਸਾਹਿਬ ਜੀ ਨੇ ਸਾਦਾ ਪਾਇਆ ਤੇ ਕਹਿਣ ਲੱਗੇ ਲੈ ਮਾਈ ਇੱਕ ਦੇਣ ਲੱਗੇ ਹਾਂ, ਸਾਤਾ ਪੈ ਗਿਆ, ਹੁਣ 7 ਪੁੱਤਰ ਹੋਣਗੇ ਤੇਰੇ ਘਰ ਦੇ ਵਿੱਚ। ਫਿਰ ਉਸ ਮਾਈ ਦੇ ਘਰ ਦੇ ਵਿੱਚ 7 ਪੁੱਤਰ ਹੋਏ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮਿਹਰਾਂ ਦੇ ਨਾਲ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਫਰਮਾ ਰਹੇ ਆ ਕਿ ਵਾਹਿਗੁਰੂ ਪਰਮੇਸ਼ਰ, ਇਹ ਮੇਰੇ ਸੱਚੇ ਸਾਹਿਬ ਸੱਚੇ ਮਾਲਕਾ ਤੇਰੇ ਘਰ ਵਿੱਚ ਕੀ ਨਹੀਂ ਹੈ? ਘਰ ਤਾਂ ਤੇਰਾ ਸਭ ਕੁਝ ਹੈ, ਤੇਰੇ ਘਰ ਵਿੱਚ ਸਾਰਾ ਕੁਝ ਹੈ, ਪਰ ਪ੍ਰਾਪਤ ਉਸੇ ਨੂੰ ਹੁੰਦਾ ਹੈ ਜਿਸ ਦੇਹ ਸੋ ਪਾਵੇ। ਜਿਸ ਨੂੰ ਦਿੰਦੇ ਹੋ ਉਹੀ ਪਾਉਂਦਾ ਹੈ, ਆਪਣੇ ਆਪ ਨਹੀਂ ਕੋਈ ਪ੍ਰਾਪਤ ਕਰ ਸਕਦਾ, ਆਪਣੇ ਜ਼ੋਰ ਨਾਲ ਨਹੀਂ ਕੁਝ ਪਾ ਸਕਦਾ। ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਦਿੱਤਾ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ। ਤੁਹਾਡੇ ਘਰ ਵਿੱਚ ਰਿੱਧੀਆਂ ਵੀ ਹਨ, ਸਿੱਧੀਆਂ ਵੀ ਹਨ, 9 ਨਿੱਧੀਆਂ ਹਨ, 18 ਸਿੱਧੀਆਂ ਹਨ, ਸਾਰੇ ਖਜ਼ਾਨੇ ਹਨ, ਸੰਸਾਰੀ ਪਦਾਰਥ ਵੀ, ਤੇ ਉੱਥੇ ਨਾਮ ਦਾ ਖਜ਼ਾਨਾ ਵੀ ਹੈ ਤੁਹਾਡੇ ਕੋਲੇ, ਭਗਤੀ ਗਿਆਨ ਦਾ ਖਜ਼ਾਨਾ ਵੀ ਹੈ। ਜਿਸ ਨੂੰ ਜੋ ਦਿੰਦੇ ਹੋ ਉਹੀ ਪ੍ਰਾਪਤ ਕਰਦਾ ਹੈ ਜੀ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਰ ਕਹਿੰਦੇ ਹੱਥ ਨੂੰ, ਤਲ ਕਹਿੰਦੇ ਤਲੀ ਨੂੰ। ਮਾਲਕ ਨੇ ਆਪਣੀ ਹੱਥ ਦੀ ਹਥੇਲੀ ਉੱਤੇ ਹੀ ਸਾਰੇ ਖਜ਼ਾਨੇ ਰੱਖੇ ਹੋਏ ਆ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਭਗਤ ਧੰਨਾ ਜੀ ਨੇ ਭਗਤੀ ਕੀਤੀ ਤੇ ਪ੍ਰਤੱਖ ਦਰਸ਼ਨ ਦੀਦਾਰ ਹੋਏ ਤੇ ਪ੍ਰਸ਼ਾਦਾ ਪਾਣੀ ਛਕਾਇਆ, ਲੱਸੀ ਵੀ ਪਿਆਈ ਫਿਰ ਧੰਨੇ ਜੱਟ ਨੇ, ਤੇ ਪੀਤੀ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਆਪਣੀਆਂ ਵਾਰਾਂ ਵਿੱਚ, ਬਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ। ਧੰਨੈ ਡਿਠਾ ਚਲਤੇ ਹੋ ਪੁੱਛੈ, ਬਾਹਮਣ ਆਖ ਸੁਣਾਵੈ। ਠਾਕੁਰ ਦੀ ਸੇਵਾ ਕਰੇ ਜੋ ਇਛੈ ਸੋਈ ਫਲ ਪਾਵੇ। ਧੰਨਾ ਕਰਦਾ ਜੋਦੜੀ ਮੈਂ ਭੇਦੇ ਕਿ ਜੇ ਦੁੱਧ ਭਾਵੈ। ਠਾਕੁਰ ਨੂੰ ਨਾ ਵਾਲ ਕੈ ਸ਼ਾਹੇ ਰੋਟੀ ਲੈ ਭੋਗ ਚੜਾਵੇ। ਸ਼ਾਹੇ ਕਹਿੰਦੇ ਲੱਸੀ ਨੂੰ, ਛਾਛ ਸ਼ਾਹੀ, ਸ਼ਾਹੀ ਰੋਟੀ ਲੈ ਭੋਗ ਚੜਾਵੇ। ਕਹਿੰਦਾ ਵੀ ਭੋਗ ਲਾਓ ਠਾਕੁਰ ਜੀ। ਜਦੋਂ ਬੈਠੇ ਚੌਂਕੜਾ ਲਾਇਆ, 3 ਦਿਨ ਹੋ ਗਏ ਨਾ, ਤੇ ਆਕਾਸ਼ਬਾਣੀ ਹੋਈ, ਆਵਾਜ਼ ਆਈ ਵੀ ਧੰਨਿਆ
ਉਹ ਕਦੀ ਪੱਥਰ ਵੀ ਰੋਟੀ ਖਾਂਦੇ ਹੁੰਦੇ ਆ ਤੇ ਲੱਸੀ ਪੀਂਦੇ ਆ। ਤੇ ਕਹਿੰਦਾ ਮੈਂ ਕਿਹੜਾ ਪੱਥਰ ਨੂੰ ਖਵਾਉਣਾ, ਪੱਥਰ ਕਿਹੜਾ ਬੋਲਦਾ ਹੁੰਦਾ? ਫਿਰ ਪੱਥਰ ਬੋਲਦੇ ਵੀ ਤੀਨ ਨਾ ਹੁੰਦੇ। ਬੋਲਣ ਵਾਲਿਆ ਸਾਹਮਣੇ ਦਰਸ਼ਨ ਦੇ ਕੇ ਛਕ, ਫਿਰ ਪ੍ਰਤੱਖ ਦਰਸ਼ਨ ਦਿੱਤੇ ਤੇ ਫਿਰ ਛਕਦੇ, ਪ੍ਰਸ਼ਾਦਾ ਛਕਦੇ ਆ, ਲੱਸੀ ਪੀਂਦੇ ਆ। ਤੇ ਫਿਰ ਧੰਨੇ ਭਗਤ ਨੇ ਆਖਿਆ ਵੀ ਹੁਣ ਸਾਰਾ ਹੀ ਛਕ ਜਾਣਾ ਹੀ, ਮੈਂ ਵੀ 3 ਦਿਨ ਦਾ ਭੁੱਖਾ ਹੀ ਬੈਠਾ ਵਾਂ, ਸੀਤ ਪ੍ਰਸ਼ਾਦ ਹੀ ਦੇ ਦੇ ਥੋੜਾ ਜਿਹਾ। ਫਿਰ ਸੀਤ ਪ੍ਰਸ਼ਾਦ ਦਿੱਤਾ, ਕਿਉਂਕਿ ਭਗਤ ਦੀ ਤੇ ਭਗਵਾਨ ਦੀ ਗੱਲ ਪਿਓ ਪੁੱਤ ਵਾਲੀ ਹੁੰਦੀ ਹੈ, ਸੱਜਣਾ ਮਿੱਤਰਾਂ ਵਾਲੀ ਹੁੰਦੀ ਹੈ। ਉਹ ਸਿੱਧੀਆਂ ਗੱਲਾਂ ਕਰ ਦਿੰਦੇ, ਉੱਥੇ ਫਿਰ ਉਹ ਵਿਆਹ ਕਰਨ ਦੇ ਨਹੀਂ ਨਿਯਮ ਰਹਿੰਦੇ, ਉਹ ਸਿੱਧੀਆਂ ਬੋਲੀਆਂ ਹੋ ਜਾਂਦੀਆਂ ਉੱਥੇ। ਤਾਂ ਉਸ ਵੇਲੇ ਫਿਰ ਗੋਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹੇ ਮੋਹਿ ਲਾਵੇ। ਅਖੀਰ ਤੇ ਲਿਖਿਆ ਭੋਲਾ ਭਾਉ ਗੋਬਿੰਦ ਮਿਲਾਵੇ। ਭੋਲੇ ਭਾਵ ਦੇ ਨਾਲ ਭੋਲੇ ਭਾਏ ਮਿਲੇ ਰਘੁਰਾਇਆ। ਨਿਸ਼ਕਪਟ, ਭੋਲੇ ਭਾਅ ਦਾ ਭਾਵ ਕੋਈ ਕਪਟ ਨਹੀਂ ਸੀ, ਛਲ ਨਹੀਂ ਸੀ, ਭਾਵਨਾ ਨਾਲ ਅਰਾਧਿਆ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਭਗਤ ਧੰਨਾ ਜੀ ਦੀ ਜੀਵਨੀ ਦੱਸਦਿਆਂ ਹੋਇਆਂ ਬਚਨ ਕੀਤਾ। ਕਹਿੰਦੇ ਫਿਰ ਪਰਮੇਸ਼ਰ ਵਾਹਿਗੁਰੂ ਨੇ ਆਖਿਆ ਵੀ ਧੰਨਿਆ ਐਵੇਂ ਮਾਣ ਨਾ ਹੋਵੇ ਵੀ 3 ਦਿਨ ਭੁੱਖਾ ਰਿਹਾ ਤੇ ਪਰਮੇਸ਼ਰ ਨੇ ਦਰਸ਼ਨ ਦੇ ਦਿੱਤੇ। ਤੇਰੀ ਭਗਤੀ 1400 ਜਨਮ ਦੀ ਆ, 1400 ਜਨਮ ਤੋਂ ਭਗਤੀ ਕਰਦਾ ਰਿਹਾ ਵੀ ਮੈਨੂੰ ਪ੍ਰਤੱਖ ਦਰਸ਼ਨ ਹੋ, ਤੇ ਇਸ ਜਨਮ ਵਿੱਚ ਤੇਰੀ ਭਗਤੀ ਨੂੰ ਫਲ ਲੱਗਾ। ਤੇ ਫਿਰ ਦਰਸ਼ਨ ਹੋਏ, ਕਹਿਣ ਲੱਗੇ ਧੰਨਿਆ ਜੀ ਦਾ ਕੁਝ ਛਕੀਏ ਖਾਈਏ, ਫਿਰ ਉਹਦਾ ਕੁਝ ਕਰੀਦਾ ਵੀ ਆ, ਦੱਸ ਕੀ ਕੰਮਕਾਰ ਕਰੀਏ। ਤੇ ਧੰਨੇ ਨੇ ਆਖਿਆ ਜੀ ਆ ਵੇਖੋ ਨੱਕੇ ਮੋੜਨ ਵਾਲੇ ਆ, ਮੱਝਾਂ ਵੀ ਚਾਰਨ ਵਾਲੀਆਂ, ਗਾਵਾਂ ਵੀ ਚਾਰਨੀਆਂ ਵਾ, ਖੂਹ ਵੀ ਚਲਾਉਣਾ, ਫਿਰ ਸਾਰੇ ਕੰਮ ਕੀਤੇ। ਤਾਂ ਫਿਰ ਭਗਤੀ ਤੇ ਕਰਦਿਆਂ ਹੋਇਆਂ ਫਿਰ ਪ੍ਰਭੂ ਦੇ ਪਿਆਰ ਦੇ ਵਿੱਚ ਬਚਨ ਵੀ ਉਚਾਰਨ ਕੀਤਾ। ਗੋਪਾਲ ਤੇਰਾ ਯਾਰ ਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਤੇ ਫਿਰ ਸਾਰਾ ਕੁਝ ਮੰਗਿਆ, ਕਿਉਂਕਿ ਭਗਤ ਸੰਤੋਖੀ ਹੁੰਦਾ ਨਾ, ਲਾਲਚੀ ਨਹੀਂ ਹੁੰਦਾ। ਉਹਨਾਂ ਕੀ ਕੁਝ ਮੰਗਿਆ ਜਿੰਨਾ ਕੁ ਸਰੀਰ ਦੀਆਂ ਲੋੜਾਂ। ਲਾਲਚੀ ਬੰਦਾ ਤੇ ਬਹੁਤ ਕੁਝ ਮੰਗਦਾ, ਤੇ ਸੰਤੋਖੀ ਉਹਨਾਂ ਕੀ ਕੁਝ ਮੰਗਦਾ ਵੀ ਅੱਜ ਗੁਜ਼ਾਰਾ ਹੀ ਚੱਲਦਾ ਰਹੇ, ਇੰਨਾ ਹੀ ਬਹੁਤ ਆ, ਬਸ ਤੇਰੀ ਭਗਤੀ ਕਰਦੇ ਰਹੀਏ। ਗੋਪਾਲ ਤੇਰਾ ਯਾਰ ਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਆਖਿਆ ਦਾਲ ਸੀਧਾ ਮੰਗੋ ਘੀਓ। ਉਹਨੇ ਕਿਹਾ ਦਾਲ ਚਾਹੀਦੀ ਆ ਥੋੜੀ ਜੀ, ਸਵੇਰ ਸ਼ਾਮ ਦੀ ਦਾਲ ਦੇ ਦੇ, ਸੀਧਾ ਆਟਾ ਵੀ ਦੇ ਦੇ, ਥੋੜਾ ਜਿਹਾ ਪ੍ਰਸ਼ਾਦਾ ਛਕਿਆ ਕਰਨਾ, ਤੇ ਥੋੜਾ ਜਿਹਾ ਘਿਓ ਵੀ ਦੇ ਦੇ, ਰੁੱਖੀਆਂ ਜ਼ਰੂਰ ਖਾਣੀਆਂ, ਚੋਪੜ ਕੇ ਛਕ ਲਾਂਗੇ। ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਇੰਨੇ 'ਚ ਹੀ ਆਪਣਾ ਜੀ ਖੁਸ਼ੀ ਕਰ ਜਾਣਾ, ਖੁਸ਼ੀ ਹੋ ਜਾਣੀ ਆ। ਚੋਪੜ ਕੇ ਪ੍ਰਸ਼ਾਦਾ ਦਾਲ ਨਾਲ ਛਕ ਲਿਆ, ਤੇਰੀ ਭਗਤੀ ਕਰ ਲਈ। ਤੇ ਜੇ ਲਾਲਚੀ ਮੰਗਦਾ ਤੇ ਲਾਲਚੀ ਨੂੰ ਤਾਂ ਉਹਨੇ ਦਰਸ਼ਨ ਵੀ ਨਹੀਂ ਨਾ ਦੇਣੇ, ਦਰਸ਼ਨ ਵੀ ਸਬਰ ਸੰਤੋਖ ਵਾਲੇ ਨੂੰ ਹੀ ਦਿੱਤੇ। ਲਾਲਚੀ ਨੇ ਕਹਿਣਾ ਸੀ ਕਰੋੜਾਂ ਅਰਬਾਂ ਕਰਮਾਂ ਦੇ ਦੇ, ਉਹਨੇ ਉਹਨਾਂ ਕੀ ਕੁਝ ਮੰਗਿਆ। ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਫਿਰ ਆਖਿਆ ਪਨੀਆਂ, ਪਨੀਆਂ ਕਹਿੰਦੇ ਜੁੱਤੀ ਨੂੰ, ਇੱਕ ਜੁੱਤੀ ਵੀ ਦੇ ਦੇ ਜੋੜਾ। ਸ਼ਾਦਨ ਨੀਕਾ, ਬਸਤਰ ਵੀ ਦੇ, ਰਜਾਈ ਵੀ ਦੇ ਵਧੀਆ ਚੰਗੀ। ਅਨਾਜ ਮੰਗੋ 7 ਸੀਕਾ, ਅਨਾਜ ਵੀ ਦੇ ਦੇ ਵਧੀਆ, ਜਿੱਥੇ 7 ਸੀਆਂ ਲੱਗੀਆਂ ਹੋਣ। ਪਿਛਲੇ ਸਮੇਂ 'ਚ ਜ਼ਿਆਦਾ ਵਾਹੁੰਦੇ ਹੁੰਦੇ ਸੀ ਪੈਲੀ ਨੂੰ, ਬਲਦਾਂ ਨਾਲ ਵਾਹੁੰਦੇ ਸੀ ਉਦੋਂ ਨਾ, ਉਲਟਾਵੇਂ ਹਲਾਂ ਦੇ ਨਾਲ। ਤੇ ਉਹ ਪਿਛਲੇ ਸਮੇਂ 'ਚ ਕਹਾਵਤ ਵੀ ਇਹ ਹੁੰਦੀ ਸੀ ਵੀ ਦੱਬ ਕੇ ਵਾਹ ਤੇ ਰੱਜ ਕੇ ਖਾ। ਤੇ ਹੁਣ ਕਹਿੰਦੇ ਹੁਣ ਤਾਂ ਕਣਕ ਬੀਜਣ ਲੱਗਿਆ ਵਾਹੁੰਦਾ ਹੀ ਕੋਈ ਨਹੀਂ, ਬੁੱਥਿਆਂ 'ਚ ਉਤਰਾ ਹੀ ਘੇਰ ਦਿੰਦੇ। ਹੁਣ ਕਹਿੰਦੇ ਵੀ ਜੁਗਤੀ ਦੇ ਨਾਲ ਵਾਹ, ਢੰਗ ਤਰੀਕੇ ਦੇ ਨਾਲ। ਭਗਤ ਧੰਨੇ ਨੇ ਆਖਿਆ ਜਿੱਥੇ 7 ਸੀਆਂ ਲੱਗੀਆਂ ਹੋਣ ਉਹ ਅਨਾਜ ਵੀ ਐਸਾ ਦੇ ਵਧੀਆ। ਅਨਾਜ ਮੰਗੋ 7 ਸੀਕਾ, ਗਊ ਭੈਂਸ ਮੰਗੋ ਲਾਵੇਰੀ। ਭਾਵੇਂ ਆ ਵੀ ਰੱਬ ਤੋਂ ਸਭ ਕੁਝ ਮੰਗਿਆ ਜਾ ਸਕਦਾ, ਅਸੀਂ ਉਹਦੇ ਬੱਚੇ ਆ, ਉਹ ਸਾਡਾ ਮਾਲਕ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਉਹਦੇ ਤੋਂ ਮੰਗ ਕੇ ਹੀ ਲੈਣਾ ਭਾਵਨਾ ਦੇ ਨਾਲ। ਫਿਰ ਭਗਤ ਧੰਨੇ ਨੇ ਆਖਿਆ ਗਊ ਭੈਂਸ ਮੰਗੋ ਲਾਵੇਰੀ। ਗਾਂ ਵੀ ਮੰਗਦਾ ਵਾ ਤੇ ਮੱਝ ਵੀ ਮੰਗਦਾ ਵਾ, ਪਰ ਲਵੇਰੀ ਮੰਗਦਾ। ਇਹ ਨਹੀਂ ਕਿ ਉਤਰਾ ਇਕੱਲਾ ਪੱਠੇ ਹੀ ਪਾਉਂਦਾ ਰਵਾਂ, ਫੰਡੜ ਨਹੀਂ, ਦੁੱਧ ਦੇਣ ਵਾਲੀ ਦੇ।
ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਇੱਕ ਵਧੀਆ ਨਸਲ ਦੀ ਘੋੜੀ ਵੀ ਦੇ, ਵੀ ਘੋੜੀ ਤੇ ਚੜ ਕੇ ਫਿਰ ਸਵਾਰੀ ਵੀ ਕਰਿਆ ਕਰ। ਅਖੀਰ ਤੇ ਜਾ ਕੇ ਆਖਿਆ ਭਗਤ ਧੰਨਾ ਉਦੋਂ ਕੁਵਾਰਾ ਸੀ। ਉਹਨੇ ਕਿਹਾ ਘਰ ਕੀ ਗੀਹਨ ਚੰਗੀ। ਗੀਹਨ ਕਹਿੰਦੇ ਘਰ ਵਾਲੀ ਪਤਨੀ। ਘਰ ਵਾਲੀ ਪਤਨੀ ਵੀ ਦੇ ਪਰ ਚੰਗੀ ਦੇ। ਚੰਗੀ ਤੋਂ ਭਾਵ ਚੰਗੇ ਸੁਭਾਅ ਵਾਲੀ, ਚੰਗੇ ਉੱਚੇ ਆਚਰਣ ਵਾਲੀ, ਤੇਰੀ ਭਗਤੀ ਕਰਨ ਵਾਲੀ, ਪਤੀ ਵਰਤਾ ਧਰਮ ਵਿੱਚ ਪਰਪੱਕ ਰਹਿਣ ਵਾਲੀ, ਉੱਚੇ ਸੁੱਚੇ ਜੀਵਨ ਵਾਲੀ, ਨਾਮ ਜਪਣ ਵਾਲੀ, ਸੇਵਾ ਕਰਨ ਵਾਲੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਤੇਰਾ ਜਨ ਧੰਨਾ ਤੇ ਇਥੋਂ ਮੰਗ ਕੇ ਲੈਂਦਾ, ਕੁਝ ਚਾਹੀਦਾ ਮੈਨੂੰ ਤੇ ਕਿਰਪਾ ਕਰਕੇ ਦੇ। ਵੀ ਇਹ ਨਹੀਂ ਵੀ ਚੰਗੀ ਤਾਂ ਉਹਨੇ ਆਖਿਆ ਵੀ ਮੈਂ ਤੇਰੀ ਭਗਤੀ ਕਰਾਂ ਤੇ ਉਹ ਤੈਨੂੰ ਮਾੜਾ ਹੀ ਨਾ ਕਹਿੰਦੀ ਰਵੇ। ਮੈਂ ਆਖਿਆ ਵੀ ਸਾਧੂ ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੇਵਾ ਕਰਨੀ ਆ, ਪ੍ਰਸ਼ਾਦੇ ਪਾਣੀ ਨਾਲ ਤੇ ਉਹ ਆਖੇ ਹੀ ਨਾ ਲੱਗੇ। ਇਸ ਕਰਕੇ ਚੰਗੀ ਦੇ, ਭਾਵਨਾ ਵਾਲੀ, ਉੱਚੇ ਸੁੱਚੇ ਜੀਵਨ ਵਾਲੀ। ਕਹਿਣ ਤੋਂ ਭਾਵ ਇਹ ਕਿ ਭਗਤਾਂ ਨੇ ਮੰਗ ਕੇ ਵਾਹਿਗੁਰੂ ਜੀ ਤੋਂ ਸਭ ਕੁਝ ਲਿਆ। ਤੇ ਗਰੀਬ ਨਵਾਜ ਕਹਿੰਦੇ ਉਸ ਮਾਲਕ ਦੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ, ਪਰ ਮਿਲਦਾ ਉਸੇ ਨੂੰ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ। ਇਹ ਵਾਹਿਗੁਰੂ ਜੀ ਜਿਸ ਉਤੇ ਆਪ ਕਿਰਪਾ ਕਰਦੇ ਹੋ, ਸੰਸਾਰੀ ਦਾਤਾਂ ਤੋਂ ਇਲੈਦਾ ਉਹਨੂੰ ਇਹ ਅਨੋਖੀਆਂ ਪਰਮਾਰਥੀ ਬਖਸ਼ਿਸ਼ਾਂ ਕਰਦੇ ਹੋ। ਉਹ ਸਦਾ ਵਾਸਤੇ ਪ੍ਰਭੂ ਤੇਰੀ ਸਿਫਤ ਕਰਦਾ ਹੈ, ਸਲਾਹ ਕਰਦਾ ਹੈ, ਸਲਾਹੁਤਾ ਕਰਦਾ ਹੈ। ਨਾਮ ਮਨ ਵਸਾਵੇ। ਜਿਸ ਉੱਤੇ ਆਪ ਬਖਸ਼ਿਸ਼ ਕਰਦੇ ਹੋ ਉਹਦੇ ਮਨ ਵਿੱਚ ਨਾਮ ਵਸਾ ਦਿੰਦੇ। ਸੰਸਾਰੀ ਦਾਤਾਂ ਤੇ ਤੁਸੀਂ ਦਿੰਦੇ ਹੀ ਹੋ, ਪਰ ਜਿਹਦੇ ਉੱਤੇ ਆਪ ਜੀ ਦੀ ਉਚੇਚੀ ਬਖਸ਼ਿਸ਼ ਹੁੰਦੀ ਹੈ, ਇਹ ਪ੍ਰਭੂ ਉਹ ਤੇਰੀ ਸਿਫਤ ਕਰਦਾ ਹੈ। ਸਿਫਤ ਹੁੰਦੀ ਹੈ ਇਕੱਲੇ ਕਰਨੀ, ਸਲਾਹ ਹੁੰਦੀ ਹੈ ਬਹੁਤਿਆਂ ਨਾਲ ਮਿਲ ਕੇ ਕਰਨੀ। ਸਲਾਹੁਤਾ ਸੰਗਤ ਵਿੱਚ ਮਿਲ ਕੇ ਜਸ ਕਰਨਾ, ਉਹਨੂੰ ਸਲਾਹ ਆਖਿਆ ਹੈ। ਇਕੱਲੇ ਨੇ ਜਿਹੜੀ ਸਿਫਤ ਕਰਨੀ ਉਹ ਸਿਫਤ ਹੁੰਦੀ ਹੈ। ਇਹ ਪ੍ਰਭੂ ਉਹ ਤੇਰੀ ਸਿਫਤ ਕਰਦਾ ਹੈ, ਤੇਰੀ ਸਲਾਹੁਤਾ ਕਰਦਾ ਹੈ, ਤੇ ਜਿਹਦੇ ਉੱਤੇ ਆਪ ਜੀ ਦੀ ਬਖਸ਼ਿਸ਼ ਹੁੰਦੀ ਉਹਦੇ ਮਨ ਵਿੱਚ ਤੁਸੀਂ ਆਪਣਾ ਨਾਮ ਵਸਾ ਦਿੰਦੇ ਹੋ। ਨਾਮ ਜਿਨ ਕੈ ਮਨ ਵਸਿਆ। ਜਿਸ ਜੀਵ ਦੇ, ਜਿਸ ਜਗਿਆਸੂ ਦੇ ਆਪ ਜੀ ਦੀ ਕਿਰਪਾ ਦੇ ਨਾਲ ਮਨ ਵਿੱਚ ਨਾਮ ਵਸ ਜਾਂਦਾ ਹੈ, ਵਾਜੇ ਸ਼ਬਦ ਘਨੇਰੇ। ਫਿਰ ਉੱਥੇ ਸਤਿਨਾਮ ਵਾਹਿਗੁਰੂ ਦੇ ਨਾਮ ਦੇ ਵਾਜੇ ਘਨੇਰੇ ਵੱਜਦੇ ਹਨ। ਘਨੇਰੇ ਸ਼ਬਦ ਵਾਜੇ ਵੱਜਦੇ ਹਨ ਉੱਥੇ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ। ਆਪ ਜੀ ਦੀ ਬਖਸ਼ਿਸ਼ ਹੁੰਦੀ ਹੈ। ਵਾਜੇ ਸ਼ਬਦ ਘਨੇਰੇ, ਸਤ ਸੰਤੋਖ ਵੱਜਾ ਹੈ ਵਾਜੇ। ਵਾਜੇ ਨਾਮ ਪ੍ਰਗਟ ਹੋਣ ਦਾ ਵੀ ਹੁੰਦਾ। ਉੱਥੇ ਸ਼ੁਭ ਗੁਣ ਸਤ ਸੰਤੋਖ ਫਿਰ ਪ੍ਰਗਟ ਹੁੰਦੇ ਹਨ ਤੇ ਆਪ ਜੀ ਦੇ ਸ਼ਬਦ ਦੀਆਂ ਗੂੰਜਾਂ ਪੈਂਦੀਆਂ ਹਨ। ਕਹੈ ਨਾਨਕ ਸੱਚੇ ਸਾਹਿਬ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਇਹ ਸੱਚੇ ਸਾਹਿਬ, ਸੱਚੇ ਮੇਰੇ ਮਾਲਕ ਜੀ, ਸੱਚੇ ਪ੍ਰਭੂ ਜੀ। ਕਿਆ ਨਾਹੀ ਘਰ ਤੇਰਾ। ਕੀ ਨਹੀਂ ਹੈ ਤੇਰੇ ਘਰ ਦੇ ਵਿੱਚ, ਭਾਵ ਤੇਰੇ ਘਰ ਵਿੱਚ ਸਭ ਕੁਝ ਹੈ, ਸਾਰੀਆਂ ਦਾਤਾਂ ਹਨ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿਛੈ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। 9 ਨਿਧੀਆਂ 18 ਸਿੱਧੀਆਂ ਉਸ ਗੁਰਮੁਖ ਦੇ ਪਿੱਛੇ ਲੱਗੀਆਂ ਫਿਰਦੀਆਂ, ਜਿਹੜਾ ਪ੍ਰਭੂ ਆਪ ਜੀ ਦੇ ਨਾਮ ਨੂੰ ਹਿਰਦੇ ਵਸਾਉਂਦਾ ਹੈ। ਪਰ ਨਾਮ ਉਸੇ ਦੇ ਹਿਰਦੇ ਵਿੱਚ, ਮਨ ਵਿੱਚ ਵਸਦਾ, ਜਿਹਦੇ ਤੇ ਆਪ ਜੀ ਕਿਰਪਾ ਕਰਦੇ ਹੋ। ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਇਹ ਸਾਰੀਆਂ ਹੀ ਦਾਤਾਂ ਪ੍ਰਭੂ ਆਪ ਜੀ ਦੇ ਨਾਮ ਦਾ ਸਦਕਾ ਆਪ ਜੀ ਦੇ ਪਿਆਰਿਆਂ ਨੂੰ ਆਪ ਦਿੰਦੇ ਹੋ। ਸੱਚੇ ਮਾਲਕ ਆਪ ਜੀ ਦੇ ਘਰ ਵਿੱਚ ਕੀ ਨਹੀਂ ਹੈ, ਸਾਰਾ ਕੁਝ ਹੀ ਹੈ। ਇਸ ਕਰਕੇ ਸਾਰੀ ਸ੍ਰਿਸ਼ਟੀ ਆਪ ਜੀ ਦੇ ਦਰੋਂ ਘਰੋਂ ਮੰਗਦੀ ਹੈ। ਸਾਰਾ ਸੰਸਾਰ ਆਪ ਜੀ ਦੇ ਦਰ ਦਾ ਮੰਗਤਾ ਹੈ। ਇੱਕੋ ਇੱਕ ਤੁਸੀਂ ਹੀ ਦਾਤੇ ਹੋ। ਜਾਚਕ ਅਨੇਕ ਸੋ ਏਕ ਦਿਵਈਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਸੜੀਆਂ,
ਜਿਉ ਹੋਵੈ ਸਾਹਿਬ ਸਿਉ ਮੇਲ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।